हाँ जी विद्यार्थियों, किद्दां हो सारे? ठीक हो? सारिਆਂ ਨੂੰ सत श्री अकाल। स्वागत है तुहाडा सारिਆਂ ਦਾ अपनी रीट आर्ट एंड पंजाबी वाली जमात दे विच। हाँ जी, हुण अज ना ਆਪਾਂ मात भाषा की गल कर रहे सी, है ना। पिछली जमात दे विच ना अपना मात भाषा बारे काफ़ी गल्लां जाणीआं, है ना, भी मात भाषा की विद्यार्थी के जीवन विच, स्कूली जीवन विच, समाजिक जीवन विच, परिवारिक जीवन विच की महत्व आ। ਉਹਦੇ ਬਾਰੇ ਆਪਾਂ ਪੂਰੀ ਚਰਚਾ ਕੀਤੀ ਸੀ। ਵਿੱਚੋਂ ਆਪਾਂ ਇਹ ਵੀ ਹੈ ਨਾ ਵੇਖਿਆ ਸੀ ਥੋੜ੍ਹਾ ਬਹੁਤਾ ਵੀ ਐਗਜ਼ਾਮੀਨਰ ਦੀ ਦ੍ਰਿਸ਼ਟੀ ਕੀ ਰਹਿੰਦੀ ਹੈ, ਐਗਜ਼ਾਮੀਨਰ ਕਿਵੇਂ ਮਤਲਬ ਉਹਦੇ ਵਿੱਚੋਂ ਪ੍ਰਸ਼ਨ ਸਵਾਲ ਪੁੱਛਦਾ। ਅੱਜ ਆਪਾਂ ਗੱਲ ਕਰਾਂਗੇ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ। ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਗੱਲ ਕਰਾਂਗੇ ਆਪਾਂ। ਏਮਸ, ਉਦੇਸ਼, ਨਿਸ਼ਾਨੇ, ਟੀਚੇ। ਮਾਤ ਭਾਸ਼ਾ ਸਿੱਖਿਆ ਦੇ ਟੀਚੇ, ਟੀਚਾ ਵੀ ਕਹਿੰਦੇ ਆ, ਹੈ ਨਾ, ਉਦੇਸ਼ ਹੈ। देखो जी, कोई भी काम आ ਉਹਦਾ ਉਦੇਸ਼ ਜ਼ਰੂਰ ਹੁੰਦਾ। ਕੋਈ ਵੀ ਕੰਮ ਉਦੇਸ਼ ਤੋਂ ਬਿਨਾਂ ਨਹੀਂ ਹੁੰਦਾ, ਹੈ ਨਾ। ਉਦੇਸ਼ ਹੈ ਤੁਸੀਂ ਪੜ੍ਹ ਰਹੇ ਹੋ, ਉਦੇਸ਼ ਹੈ ਵੀ ਨੌਕਰੀ ਲੱਗੀਏ, ਸਕਸੈਸਫੁਲ ਹੋ ਜਾਈਏ ਜ਼ਿੰਦਗੀ ਦੇ ਵਿੱਚ, ਹੈ ਨਾ। ਅਤੇ ਉਵੇਂ ਹੀ ਦੇਖੋ ਜੀ, ਜਿਹੜੀ ਮਾਤ ਭਾਸ਼ਾ ਕਿਸੇ ਬੱਚੇ ਨੂੰ ਸਿਖਾਉਣੀ, ਉਹਦੇ ਮਗਰ ਵੀ ਇੱਕ ਉਦੇਸ਼ ਛੁਪਿਆ ਹੁੰਦਾ। ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਬੇਟਾ ਜੀ। ਅਤੇ ਨਾਲ ਦੇਖਾਂਗੇ ਆਪਾਂ ਵੀ ਪ੍ਰਸ਼ਨ ਕਿਵੇਂ ਦੇ ਬਣਦੇ ਆ ਵਿੱਚੋਂ। ਹਾਂਜੀ, पहली गल ही देखो कि इंपोर्टेंट लिखी है, भाषा स्वै प्रगटावे का उत्तम साधन है। पता नहीं किन्नी क वारी पूछ लिया भी स्वै प्रगटावे का सब तो उत्तम साधन की है जी? धुनियाँ, शब्द, वाक, भाषा। थले आपदे हिसाब नाल एग्जामिनर है जिहड़ा वो ऑप्शन सैट कर दिंदा, है ना। हाँ, पंजाबी भाषा सिक्ख्या का की उद्देश है? देखो जी, हर भाषा सिक्ख्या के उद्देश है जिहड़े किसी भी भाषा के, ਉਹ ਪੰਜਾਬੀ ਭਾਸ਼ਾ 'ਤੇ ਵੀ ਲਾਗੂ ਹੁੰਦੇ ਆ, ਹੈ ਨਾ। ਕਿਉਂਕਿ ਪੰਜਾਬੀ ਭਾਸ਼ਾ ਨੂੰ ਐਜ਼ ਏ ਮਾਤ ਭਾਸ਼ਾ ਅਤੇ ਐਜ਼ ਏ ਸਕੂਲੀ ਭਾਸ਼ਾ ਦੋਨੋਂ ਤੌਰ 'ਤੇ ਆਪਾਂ ਉਹਨੂੰ ਪੜ੍ਹਾਉਂਦੇ ਹਾਂ। ਹੁਣ ਦੇਖੋ ਜੀ, ਹਾਂਜੀ, ਇਹ ਬੱਚਾ ਮੌਖਿਕ ਅਤੇ ਲਿਖਤ ਦੋਨਾਂ ਰੂਪਾਂ ਵਿੱਚ ਵਿਚਾਰ ਵਟਾਂਦਰਾ ਕਰ ਸਕੇ। ਜਦੋਂ ਦੇਖੋ ਜੀ, ਮਾਤ ਭਾਸ਼ਾ ਜਦੋਂ ਕਿਸੇ ਬੱਚੇ ਨੇ ਸਿੱਖ ਲਈ, ਮਾਤ ਭਾਸ਼ਾ ਦੇ ਵਿੱਚ ਕੀ ਹੈ ਵੀ ਬੱਚਾ ਸਿਰਫ ਮੌਖਿਕ रूप ਵਿੱਚ ਹੀ ਵਿਚਾਰ ਵਟਾਂਦਰਾ ਕਰਦਾ ਹੈ ਮਾਤ ਭਾਸ਼ਾ ਦੇ ਵਿੱਚ। ਪਰ ਜਦੋਂ ਉਸੇ ਭਾਸ਼ਾ ਨੂੰ ਸਕੂਲੀ ਭਾਸ਼ਾ ਦੇ ਤੌਰ 'ਤੇ ਬੱਚਾ ਸਿੱਖੂਗਾ ਤਾਂ ਉਦੋਂ ਮੌਖਿਕ ਦਾ ਵਿਕਾਸ ਹੋਊਗਾ ਹੀ, ਅਤੇ ਲਿਖਿਤ ਰੂਪ ਦੇ ਵਿੱਚ ਵੀ ਉਹ ਵਿਚਾਰ ਵਟਾਂਦਰਾ ਕਰੂਗਾ। ਲਿਖਿਤ ਰੂਪ ਦੇ ਵਿੱਚ ਵੀ ਤਾਂ ਸੰਪ੍ਰੇਖਣ ਕਰੂਗਾ ਨਾ ਜਦੋਂ ਸਕੂਲ ਦੇ ਵਿੱਚ ਜਾਊਗਾ, ਕਿਉਂਕਿ ਸਕੂਲ ਦੇ ਵਿੱਚ ਭਾਸ਼ਾ ਦੇ ਦੋਨੋਂ ਰੂਪਾਂ ਦਾ ਵਿਕਾਸ ਹੁੰਦਾ, ਮੌਖਿਕ ਲਿਖਿਤ ਦੋਨਾਂ ਦਾ। ਹੁਣ ਜਿਵੇਂ ਮੰਨ ਲਓ ਵੀ ਘਰੇ ਹੈ ਵਿਦਿਆਰਥੀ ਨੂੰ ਸਾਰੀ ਉਮਰ ਤੁਸੀਂ ਸਕੂਲ ਨਾ ਭੇਜੋ, ਹੈ ਨਾ, ਜਾਂ ਕੋਈ ਲਿਖਤ ਵਾਲਾ ਕੋਈ ਸਾਧਨ ਨਾ ਹੋਵੇ ਉਹਦੇ ਕੋਲ ਜਿਹਦੇ ਨਾਲ ਉਹ ਤਾਂ ਲਿਖ ਨਹੀਂ ਸਕੂਗਾ। ਹਾਂ, ਮੌਖਿਕ ਰੂਪ ਰਹਿ ਜੂਗਾ। ਬੋਲਣ ਅਤੇ ਸੁਣਨ ਵਾਲਾ ਜਿਹੜਾ ਹੈਗਾ ਉਹਦਾ ਵਿਕਾਸ ਹੋ ਜੂਗਾ, ਉਹਦੇ ਬੋਲਣ ਦਾ ਅਤੇ ਸੁਣਨ ਦਾ। ਪਰ ਜਿਹੜਾ ਮੌਖਿਕ ਅਤੇ ਲਿਖਿਤ ਆ ਉਹਦਾ ਵਿਕਾਸ ਨਹੀਂ ਹੋਊਗਾ। ਦੁਬਾਰੇ ਮੈਂ ਬੋਲਦਾ ਇਸ ਗੱਲ ਨੂੰ, ਮੈਨੂੰ ਲੱਗਦਾ ਮੈਂ ਗਲਤ ਬੋਲਤਾ, ਮੈਂ ਦੁਬਾਰੇ ਬੋਲਦਾ। ਬੱਚਾ ਮੰਨ ਲਓ ਲਿਖਣਾ ਨਹੀਂ ਸਿੱਖ ਰਿਹਾ, ਬੱਚਾ ਸਿਰਫ ਮਤਲਬ ਮੌਖਿਕ ਰੂਪ ਦੇ ਵਿੱਚ ਭਾਸ਼ਾ ਸਿੱਖਿਆ। ਮੌਖਿਕ ਦਾ ਮਤਲਬ ਹੈ ਸੁਣਨਾ ਅਤੇ ਬੋਲਣਾ, ਮੌਖਿਕ ਦਾ ਮਤਲਬ ਇਹ ਹੈ, ਅਤੇ ਲਿਖਿਤ ਦਾ ਮਤਲਬ ਹੈ ਪੜ੍ਹਨਾ ਅਤੇ ਲਿਖਣਾ। ਉਸ ਬੱਚੇ ਨੂੰ ਜਿਹੜਾ ਸਕੂਲ ਦੇ ਵਿੱਚ ਨਹੀਂ ਗਿਆ, ਲਿਖਣਾ ਨਹੀਂ ਸਿੱਖਿਆ, ਉਹਨੂੰ ਬੋਲਣਾ ਅਤੇ ਸੁਣਨਾ ਦੋ ਚੀਜ਼ਾਂ ਤਾਂ ਉਹਦੀਆਂ ਪੂਰੀ ਵਿਕਾਸ ਹੋਊਗਾ, ਪਰ ਪੜ੍ਹਨਾ ਅਤੇ ਲਿਖਣਾ ਇਹਨਾਂ ਦੋਨਾਂ ਦਾ ਵਿਕਾਸ ਨਹੀਂ ਹੋਊਗਾ। ਭਾਸ਼ਾ ਦੇ ਜਿਹੜੇ ਚਾਰ ਹਨ ਉਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਦੋ ਦਾ ਵਿਕਾਸ ਹੋਊਗਾ, ਦੋ ਦਾ ਨਹੀਂ ਹੋਊਗਾ। ਪਰ ਜਦੋਂ ਇੱਕ ਵਿਦਿਆਰਥੀ ਨੂੰ ਪੰਜਾਬੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਂਦੀ ਹੈ, ਐਜੂਕੇਸ਼ਨ ਜਦੋਂ ਦਿੱਤੀ ਜਾਂਦੀ ਹੈ, ਉਦੋਂ ਕੀ ਹੁੰਦਾ, ਬੱਚੇ ਦੇ ਮੌਖਿਕ ਅਤੇ ਲਿਖਿਤ ਦੋਨਾਂ ਰੂਪਾਂ ਵਿੱਚ ਬੱਚਾ ਵਿਚਾਰ ਵਟਾਂਦਰਾ, ਸੰਪ੍ਰੇਖਣ, ਆਦਾਨ ਪ੍ਰਦਾਨ, ਕਮਿਊਨੀਕੇਸ਼ਨ ਕਰਨ ਦੇ ਲਾਇਕ ਹੋ ਜਾਂਦਾ ਹੈ। ਗੱਲ ਰੱਖਿਓ ਧਿਆਨ, ਸਿੱਖਿਆ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ। ਸਾਈਕੋਲੋਜੀ ਦੇ ਵਿੱਚ ਤੁਸੀਂ ਪੜ੍ਹਦੇ ਹੋ, ਹੈ ਨਾ, ਜਦੋਂ ਤੁਸੀਂ ਸਿੱਖਿਆ ਦਾ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਵੀ ਸਿੱਖਿਆ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ। ਉਵੇਂ ਹੀ ਲਿਖਿਆ ਜੀ ਉਦੇਸ਼ਪੂਰਨ ਹੈ। ਕਿਸੇ ਕਾਰਜ ਨੂੰ ਪੂਰਾ ਕਰਨ ਲਈ ਉਦੇਸ਼ ਨਿਰਧਾਰਿਤ ਕਰਦੇ ਬਹੁਤ ਜ਼ਰੂਰੀ ਹੈ। ਕਾਰਜ, ਕਈ ਵਾਰੀ ਜਵਾਕ ਪੁੱਛਦੇ ਸਰ ਕਾਰਜ ਸ਼ਬਦ ਕੀ ਹੈ? ਕਾਰਜ ਮਤਲਬ ਕਾਰਜ, ਹਿੰਦੀ ਵਾਲਾ ਸ਼ਬਦ ਹੈ ਜਿਹੜਾ ਸਾਡਾ, ਉਹਨੂੰ ਪੰਜਾਬੀ ਦੇ ਵਿੱਚ ਕਾਰਜ ਲਿਖਿਆ ਜਾਂਦਾ ਹੈ। ਹਿੰਦੀ ਵਾਲਾ ਸ਼ਬਦ ਹੈ ਕਾਰਜ,
ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਨੂੰ ਪੰਜਾਬੀ ਦੇ ਵਿੱਚ ਕਾਰਜ ਲਿਖਿਆ ਜਾਂਦਾ। ਰੱਖਿਓ ਧਿਆਨ ਥੋੜ੍ਹਾ ਜਿਹਾ ਬੇਟਾ, ਹੈ ਨਾ। ਵਾਰੀ ਕਈ ਵਾਰੀ ਗੱਲ ਦਿਮਾਗ ਦੇ ਵਿੱਚ ਨਹੀਂ ਯਾਦ ਰਹਿੰਦੀ, ਹੈ ਨਾ। ਆਪਾਂ ਕਿਹੜਾ ਕੋਈ ਵੀ ਆਪਣੇ ਕਿਹੜਾ ਕੋਈ ਅੰਦਰ ਕੰਪਿਊਟਰ ਥੋੜ੍ਹਾ ਵੀ ਕੁਛ ਵੀ ਚੀਜ਼ ਪਾਈ ਮੈਮਰੀ 'ਚ ਅਤੇ ਬਸ ਯਾਦ, ਹੈ ਨਾ। ਵਾਰੀ ਚੀਜ਼ ਫੈਕਟ ਜਦੋਂ ਵਾਰੀ ਆਪਾਂ ਧਿਆਨ 'ਚ ਆਉਂਦੇ ਆ ਫਿਰ ਯਾਦ ਰਹਿੰਦੇ ਆ। ਕਾਰਟਰ ਵੀ ਗੁੱਡ ਨੇ ਇੱਕ ਗੁੱਡ ਜੀ ਪਰਿਭਾਸ਼ਾ ਦਿੱਤੀ ਹੈ। ਕੀ ਕਹਿੰਦਾ? ਉਦੇਸ਼ ਪੂਰਵ ਨਿਰਧਾਰਿਤ ਨਿਸ਼ਾਨਾ ਹੁੰਦਾ ਹੈ। ਉਦੇਸ਼ ਕਹਿੰਦਾ ਜੀ, ਉਦੇਸ਼ ਹੈ ਕੀ ਚੀਜ਼ ਆ ਪਹਿਲਾਂ ਪਤਾ ਤਾਂ ਲੱਗੇ ਨਾ ਆਪਾਂ ਨੂੰ। ਕਹਿੰਦਾ ਜੀ ਉਦੇਸ਼ ਹੈ ਜਿਹੜਾ ਉਹ ਇੱਕ ਪੂਰਵ ਨਿਰਧਾਰਿਤ ਨਿਸ਼ਾਨਾ ਹੈ ਜੋ ਕਿਸੇ ਕੰਮ ਜਾਂ ਕਿਰਿਆ ਦਾ ਮਾਰਗਦਰਸ਼ਨ ਕਰਦਾ ਹੈ। ਇੰਨੀ ਪਰਿਭਾਸ਼ਾ ਰੱਖਿਓ ਯਾਦ। ਕਿਹਨੇ ਕਹੀ ਹੈ? ਕਾਰਟਰ ਵੀ ਗੁੱਡ ਨੇ ਜੋ ਭਾਸ਼ਾ ਦੇ ਸਿੱਖਿਆ ਦੇ ਉਦੇਸ਼ਾਂ ਦੀ ਪਰਿਭਾਸ਼ਾ ਦਿੱਤੀ ਹੈ। ਉਹ ਕਿਹੜੀ ਹੈ? ਯਾਦ ਰੱਖ ਲਿਓ। ਹੁਣ ਗੱਲ ਕਰਦੇ ਆਪਾਂ ਪੰਜਾਬੀ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਕੀ ਹੈ। ਜਦੋਂ ਆਪਾਂ ਪੰਜਾਬੀ ਭਾਸ਼ਾ ਨੂੰ ਐਜ਼ ਏ ਮਦਰ ਟੰਗ ਸਕੂਲੀ ਭਾਸ਼ਾ ਦੇ ਵਿੱਚ ਪੜ੍ਹਾਉਂਦੇ ਆ ਤਾਂ ਉਦੋਂ ਉਹਦੇ ਉਦੇਸ਼ ਕੀ ਹੁੰਦੇ ਆ? ਦੇਖੋ ਬੇਟਾ ਜੀ, ਹਾਂ, ਪੰਜਾਬੀ ਸਿੱਖਿਆ ਦੇ ਸਧਾਰਨ ਜਾਂ ਵਿਆਪਕ ਉਦੇਸ਼ ਹੁੰਦੇ ਆ ਅਤੇ ਇੱਕ ਪੰਜਾਬੀ ਸਿੱਖਿਆ ਦੇ ਮੂਲ ਉਦੇਸ਼ ਵੀ ਹੁੰਦੇ ਆ। ਇੱਕ ਸਿੱਖਿਆ ਦੇ ਵੱਖ-ਵੱਖ ਲੈਵਲ ਜਿਵੇਂ ਪ੍ਰਾਇਮਰੀ ਲੈਵਲ, ਜਿਵੇਂ ਮਿਡਲ ਲੈਵਲ, ਜਿਵੇਂ ਉੱਚ ਸ਼੍ਰੇਣੀਆਂ, ਵੱਖ-ਵੱਖ ਪੱਧਰ ਸ਼੍ਰੇਣੀਆਂ ਲੈਵਲ ਉੱਤੇ ਪੰਜਾਬੀ ਸਿੱਖਿਆ ਦੇ ਉਦੇਸ਼। 3 ਪ੍ਰਕਾਰ ਨਾਲ ਆਪਾਂ ਪੰਜਾਬੀ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਆਪਾਂ ਗੱਲ ਕਰਨੀ ਹੈ ਅੱਜ। ਪਹਿਲਾਂ ਸਭ ਤੋਂ ਦੇਖ ਲਓ ਜੀ, ਪੰਜਾਬੀ ਭਾਸ਼ਾ ਸਿੱਖਿਆ ਦੇ ਸਧਾਰਨ ਜਾਂ ਵਿਆਪਕ ਉਦੇਸ਼ ਕਿਹੜੇ ਆ। ਹਾਂਜੀ, ਪੰਜਾਬੀ ਭਾਸ਼ਾ ਸਿੱਖਿਆ ਦੇ ਜਿਹੜੇ ਸਧਾਰਨ ਉਦੇਸ਼ ਆ ਉਹ ਪੰਜਾਬੀ ਦੇ ਮਾਤ ਭਾਸ਼ਾ ਰੂਪ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕੀਤੇ ਗਏ ਆ। ਪੰਜਾਬੀ ਦੇ ਮਾਤ ਭਾਸ਼ਾ ਰੂਪ ਨੂੰ, ਕਿਉਂਕਿ ਪੰਜਾਬੀ ਆਪਾਂ ਸਾਹਿਤਿਆ ਦੇ ਵਿੱਚ ਵੀ ਪੜ੍ਹਦੇ ਹਾਂ, ਪੰਜਾਬੀ ਸਕੂਲ ਦੇ ਵਿੱਚ ਐਜ਼ ਏ 3rd ਲੈਂਗੁਏਜ ਪੜ੍ਹਦੇ ਹਾਂ, ਹੈ ਨਾ। ਅਤੇ ਪੰਜਾਬੀ ਮਾਤ ਭਾਸ਼ਾ ਵੀ ਹੈ। ਇਸ ਕਰਕੇ ਜਿਹੜੇ ਇਹਦੇ ਹੁਣ ਪ੍ਰਸ਼ਨ ਮੰਨ ਲਓ ਪੁੱਛ ਲਵੇ, ਹੈ ਨਾ, ਵੀ ਪੰਜਾਬੀ ਭਾਸ਼ਾ ਦੇ ਸਧਾਰਨ ਜਾਂ ਵਿਆਪਕ ਉਦੇਸ਼ਾਂ ਦਾ ਇਸ ਦੇ ਕਿਹੜੇ ਰੂਪ ਨਾਲ ਸੰਬੰਧ ਹੈ। ਕੀ ਇਹਦੇ ਸਕੂਲੀ ਰੂਪ ਨਾਲ, ਕੀ ਇਹਦੇ ਮਾਤ ਭਾਸ਼ਾ ਰੂਪ ਨਾਲ, ਕੀ ਇਹਦੇ ਸਾਹਿਤਕ ਰੂਪ ਨਾਲ? ਪ੍ਰਸ਼ਨ ਬਣਦਾ ਨਾ ਔਖਾ ਜਿਹਾ। ਤਾਂ ਤੁਸੀਂ ਕਿਉਂ ਜੀ ਇਹਦੇ ਮਾਤ ਭਾਸ਼ਾ ਰੂਪ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕੀਤੇ ਹੁੰਦੇ ਆ। ਮਤਲਬ ਕੀ ਹੈ ਵੀ ਪੰਜਾਬੀ ਭਾਸ਼ਾ ਦੇ ਸਿੱਖਿਆ ਦੇ ਸਧਾਰਨ ਜਾਂ ਵਿਆਪਕ ਉਦੇਸ਼ ਹੈ ਜਿਹੜੇ, ਉਹਨਾਂ ਦਾ ਸੰਬੰਧ ਪੰਜਾਬੀ ਭਾਸ਼ਾ ਦੇ ਮਾਤ ਭਾਸ਼ਾ ਰੂਪ ਨਾਲ ਹੁੰਦਾ ਹੈ। ਗੱਲ ਸਮਝ ਗਏ? ਹਾਂ, ਦੇਖੋ ਕਿਹੜੇ ਸ਼ੁੱਧ ਬੋਲਣਾ ਅਤੇ ਸ਼ੁੱਧ ਲਿਖਣਾ, ਸ਼ੁੱਧ ਅਤੇ ਸਰਲ ਅਤੇ ਸਪਸ਼ਟ ਭਾਸ਼ਾ ਵਿੱਚ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨਾ, ਉਚਿਤ ਹਾਵ ਭਾਵ ਅਤੇ ਉਤਾਰ ਚੜ੍ਹਾਅ ਨਾਲ ਵਾਚਨ ਕਲਾ ਵਿੱਚ ਨਿਪੁੰਨ ਬਣਾਉਣਾ। ਇਹ ਸਾਰੇ ਕਿਹੜੇ ਆ? ਇਹ ਸਧਾਰਨ ਅਤੇ ਵਿਆਪਕ ਉਦੇਸ਼ ਆ। ਧਿਆਨ ਰੱਖਿਓ ਇਹਨਾਂ ਨੂੰ ਪੂਰਾ। ਦੂਸਰਿਆਂ ਦੇ ਮੌਖਿਕ ਅਤੇ ਲਿਖਤੀ ਵਿਚਾਰਾਂ ਨੂੰ ਸਮਝਣ ਦੀ ਸਮਰੱਥਾ ਦਾ ਵਿਕਾਸ ਕਰਨਾ। ਠੀਕ ਹੈ ਜੀ। ਭਾਸ਼ਾ ਯੋਗਤਾ ਅਤੇ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ, ਸਵੈ ਅਧਿਐਨ ਪ੍ਰਤੀ ਰੁਚੀ ਉਤਪੰਨ ਕਰਨਾ, ਅੱਗੇ ਸੋਝ ਸਵਾਦ ਦੀ ਰੁਚੀ ਪੈਦਾ ਕਰਨਾ, ਹੈ ਨਾ। ਕਿਉਂਕਿ ਦੇਖੋ ਜਦੋਂ ਪੰਜਾਬੀ ਹੈ ਜਿਹੜੀ ਉਹ ਇੱਕ ਲਿਟਰੇਚਰ ਵੀ ਹੈ, ਸਾਹਿਤਿਆ ਲੈਂਗੁਏਜ ਵੀ ਹੈ ਨਾ। ਇਹਦੇ ਵਿੱਚ ਸੋਹਜ ਮਤਲਬ ਭਾਵਾਂ ਦਾ ਜਿਹੜਾ ਆਨੰਦ ਹੈ, ਭਾਵਾਤਮਕ ਆਨੰਦ ਹੈ ਜਿਹੜਾ, ਉਹ ਵੀ ਸਾਨੂੰ ਆਉਣਾ ਚਾਹੀਦਾ ਹੈ। ਸਾਡੇ ਅੰਦਰ ਦੀ ਮਨ ਦੀ ਸੁੰਦਰਤਾ ਦੇ ਨਾਲ ਸੰਬੰਧਿਤ ਸੋਹਜ ਸ਼ਬਦ ਦਾ ਮਤਲਬ ਹੁੰਦਾ ਸੁੰਦਰਤਾ, ਪਰ ਕਿਹੜੀ? ਸਾਡੇ ਮਨ ਦੀ, ਸਾਡੀ ਅੰਦਰੂਨੀ ਸੁੰਦਰਤਾ ਦੇ ਨਾਲ ਸੰਬੰਧਿਤ। ਕਿਉਂਕਿ ਮਾਤ ਭਾਸ਼ਾ ਦੇ ਨਾਲ ਬੰਦਾ ਆਪਣੇ ਦਿਲੋਂ ਭਾਵਾਂ ਤੋਂ ਜੁੜਿਆ ਹੁੰਦਾ। ਇਸ ਕਰਕੇ ਸੋਝ ਸਵਾਦ ਵੀ ਉਹਦੇ ਵਿੱਚ ਵੀ ਰੁਚੀ ਹੈ ਨਾ, ਸੋਝ ਸਵਾਦ ਦੀ ਰੁਚੀ ਪੈਦਾ ਕਰਨਾ, ਰਚਨਾਤਮਕ ਅਤੇ ਆਲੋਚਨਾਤਮਕ ਰੁਚੀਆਂ ਪੈਦਾ ਕਰਨੀਆਂ। ਵੀ ਮਾਤ ਭਾਸ਼ਾ ਸਿੱਖਿਆ ਦਾ ਸਧਾਰਨ ਉਦੇਸ਼ ਕੀ ਹੈ? ਵੀ ਬੱਚਿਆਂ ਦੇ ਵਿੱਚ ਰਚਨਾਤਮਕ ਮਤਲਬ ਬੱਚੇ ਕੋਈ ਨਵੀਂ ਚੀਜ਼ ਦਾ ਨਿਰਮਾਣ ਕਰਨ ਦੇ ਸਮਰੱਥ ਬਣਨ। ਰਚਨਾਤਮਕ ਆਪਣੇ ਮਾਈਂਡ ਦੇ ਨਾਲ, ਆਪਣੀ ਬੁੱਧੀ, ਆਪਣੀ ਸਮਰੱਥਾ ਦੇ ਅਨੁਸਾਰ ਨਵੀਂ ਚੀਜ਼ ਦਾ ਕਿਹੜੀ ਦਾ ਨਿਰਮਾਣ ਕਰ ਸਕਦੇ ਆ, ਉਹਨੂੰ ਕਿਹਾ ਜਾਂਦਾ ਰਚਨਾਤਮਕ ਸ਼ਕਤੀ। ਆਲੋਚਨਾਤਮਕ ਰੁਚੀਆਂ, ਕੋਈ ਮੰਨ ਲਓ ਵਿਸ਼ਾ, ਕੋਈ ਪਾਠ ਵਸਤੂ ਪੜ੍ਹਾਇਆ ਜਾ ਰਿਹਾ, ਬੱਚੇ ਦੇ ਸਾਹਮਣੇ ਕੋਈ ਚੀਜ਼ ਪੇਸ਼ ਕੀਤੀ ਜਾ ਰਹੀ ਹੈ, ਉਹਦੀਆਂ ਕਮੀਆਂ ਅਤੇ ਖੂਬੀਆਂ ਬੱਚਾ ਆਪ ਉਹਦਾ ਨਿਰਣਾ ਕਰ ਸਕੇ, ਉਹਨੂੰ ਕਿਹਾ ਜਾਂਦਾ ਆਲੋਚਨਾਤਮਕ ਰੁਚੀਆਂ। ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ, ਬੱਚੇ ਦੀ ਪੂਰੀ ਪਰਸਨੈਲਿਟੀ, ਸੰਪੂਰਨ ਸ਼ਖਸੀਅਤ ਦੇ ਵਿੱਚ ਬੁੱਧੀ ਅਤੇ ਭਾਵ ਦੋਨੋਂ ਆ ਜਾਂਦੇ ਆ। ਬੱਚੇ ਦਾ ਬੌਧਿਕ ਵਿਕਾਸ ਵੀ ਆ ਜਾਂਦਾ ਹੈ ਅਤੇ ਭਾਵਾਤਮਕ ਵਿਕਾਸ ਵੀ ਆ ਜਾਂਦਾ ਹੈ। ਬੌਧਿਕ ਵੀ ਆ ਜਾਂਦਾ ਅਤੇ ਭਾਵਾਤਮਕ ਵਿਕਾਸ ਦੋਨੋਂ ਹੀ, ਬੁੱਧੀ ਅਤੇ ਭਾਵ ਦਾ ਵਿਕਾਸ ਕਰਨਾ। ਹੁਣ ਦੇਖੋ ਜੀ, ਨੋਟ ਲਾ ਕੇ ਇੱਕ ਗੱਲ ਕੀਤੀ ਹੈ ਜੀ ਕਿ ਮਾਤ ਭਾਸ਼ਾ ਦਾ ਅਸਲ ਉਦੇਸ਼ ਕੀ ਹੈ। ਦੇਖੋ ਜੀ, ਆਹ ਤਾਂ ਮਾਤ ਭਾਸ਼ਾ ਦੇ ਸਧਾਰਨ ਉਦੇਸ਼ ਸੀਗੇ ਜਿਹੜੇ ਤੁਹਾਨੂੰ ਦੱਸੇ, ਪਰ ਇਹਦਾ ਅਸਲ ਉਦੇਸ਼ ਹੈ ਬੱਚਿਆਂ ਦੀ ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ,
ਬੱਚਿਆਂ ਦੀ ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ ਮਾਤ ਭਾਸ਼ਾ ਦਾ ਅਸਲ ਉਦੇਸ਼ ਹੈ। ਮੰਨ ਲਓ ਪ੍ਰਸ਼ਨ ਪੁੱਛਣਾ ਹੋਵੇ ਐਗਜ਼ਾਮੀਨਰ ਨੇ ਕਿ ਮਾਤ ਭਾਸ਼ਾ ਦਾ ਅਸਲ ਉਦੇਸ਼ ਕੀ ਹੈ ਜੀ, ਹੈ ਨਾ, ਪ੍ਰਸ਼ਨ ਹੀ ਬਣਾਉਣਾ, ਬਣ ਗਿਆ। ਆ ਦੇਖ ਲਓ ਤੁਹਾਡੇ ਸਾਹਮਣੇ ਬਣਾਤਾ ਮੈਂ ਕਿ ਮਾਤ ਭਾਸ਼ਾ ਦਾ ਅਸਲ ਉਦੇਸ਼ ਹੈ ਭਾਸ਼ਾ ਯੋਗਤਾ ਤੇ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ, ਸਵੈ ਅਧਿਐਨ ਪ੍ਰਤੀ ਰੁਚੀ ਉਤਪੰਨ ਕਰਨਾ। ਅੱਗੇ ਕੀ ਮੰਨ ਲਓ ਪਾ ਦੇਵੇ ਆਹ ਸ਼ੁੱਧ ਬੋਲਣਾ ਤੇ ਸ਼ੁੱਧ ਲਿਖਣਾ, ਤੇ ਇੱਕ ਕਰ ਦੇਵੇ ਚੌਥਾ ਆਪਸ਼ਨ ਸੰਪੂਰਨ ਸ਼ਖਸੀਅਤ ਦਾ ਵਿਕਾਸ ਕਰਨਾ, ਤਾਂ ਹੋਊਗਾ 4 ਨੰਬਰ ਸਹੀ, ਹੈ ਨਾ। ਹੁਣ ਦੇਖਿਓ ਧਿਆਨ ਇਵੇਂ ਦੇ ਪ੍ਰਸ਼ਨਾਂ ਦਾ। ਹਾਂਜੀ, ਅੱਗੇ ਲਾਭਕਾਰੀ ਪੜ੍ਹਨ ਰੁਚੀਆਂ ਪੈਦਾ ਕਰਨੀਆਂ, ਪੜ੍ਹਨ ਉਹ ਚੀਜ਼ ਪੜ੍ਹਨੀ ਜਿਹੜੀ ਸਾਡੇ ਵਾਸਤੇ ਲਾਭਕਾਰੀ ਹੋਵੇ, ਸਾਡੇ ਵਾਸਤੇ ਹਿੱਤਦਾਇਕ ਹੋਵੇ, ਉਹ ਚੀਜ਼ ਪੜ੍ਹਨੀ। ਭਾਸ਼ਾ ਸਾਹਿਤ ਪ੍ਰਤੀ ਗਿਆਨ ਵਿੱਚ ਵਾਧਾ ਕਰਨਾ, ਇਹ ਗੱਲਾਂ ਰੱਖਿਓ ਧਿਆਨ ਦੇ ਵਿੱਚ। ਪੰਜਾਬੀ ਭਾਸ਼ਾ ਦੇ ਇਹ ਸਧਾਰਨ ਉਦੇਸ਼ਾਂ ਦੀ ਗੱਲ ਕੀਤੀ ਆ ਮੈਂ। ਸ਼ੁੱਧ ਬੋਲਣਾ, ਸ਼ੁੱਧ ਲਿਖਣਾ, ਸ਼ੁੱਧ ਸਰਲ ਤੇ ਸਪਸ਼ਟ ਸ਼ਬਦਾਂ ਵਿੱਚ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਗਟ ਕਰਨਾ ਤੇ ਦੂਸਰੇ ਦੇ ਭਾਵਾਂ ਨੂੰ ਵੀ ਗ੍ਰਹਿਣ ਕਰਨਾ। ਦੋਨੇ ਤਰੀਕੇ ਦੇ ਵਿੱਚ ਚਾਰੇ ਦੇ ਚਾਰੇ ਕੌਸ਼ਲਾਂ ਦਾ ਵਿਕਾਸ ਤਾਂ ਹੀ ਹੋਊਗਾ, ਹੈ ਨਾ। ਸਧਾਰਨ ਜਿਹੜੀ ਮਾਤ ਭਾਸ਼ਾ ਦਾ ਸਧਾਰਨ ਉਦੇਸ਼ ਇਹੀ ਹੈ ਵੀ ਚਾਰੇ ਕੌਸ਼ਲਾਂ ਦਾ ਵਿਕਾਸ ਹੋਵੇ ਬੱਚੇ ਦਾ, ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਉਹ ਕੀ ਕਰੇਗਾ, ਸੁਣ ਕੇ ਤੇ ਪੜ੍ਹ ਕੇ ਦੂਜਿਆਂ ਦੇ ਭਾਵਾਂ ਨੂੰ ਗ੍ਰਹਿਣ ਕਰੇਗਾ ਅਤੇ ਬੋਲ ਕੇ ਤੇ ਲਿਖ ਕੇ ਆਪਣੇ ਭਾਵਾਂ ਨੂੰ ਪ੍ਰਗਟ ਕਰੇਗਾ। ਮਤਲਬ ਚਾਰੇ ਕੌਸ਼ਲਾਂ ਦਾ ਵਿਕਾਸ। ਭਾਸ਼ਾ ਯੋਗਤਾ ਅਤੇ ਸ਼ਬਦ ਭੰਡਾਰ ਵਿੱਚ ਵਾਧਾ, ਸਵੈ ਅਧਿਐਨ ਪ੍ਰਤੀ ਰੁਚੀ, ਸੋਝ ਸੁਆਦੀ ਰੁਚੀ, ਰਚਨਾਤਮਕ ਤੇ ਆਲੋਚਨਾਤਮਕ ਰੁਚੀਆਂ, ਸੰਪੂਰਨ ਸ਼ਖਸੀਅਤ, ਲਾਭਕਾਰੀ ਪੜ੍ਹਨ ਦੀਆਂ ਰੁਚੀਆਂ ਪੈਦਾ ਕਰਨੀਆਂ। ਹੁਣ ਆ ਗਏ ਜੀ ਮਾਤ ਭਾਸ਼ਾ ਸਿੱਖਿਆ ਦੇ, ਪੰਜਾਬੀ ਮਾਤ ਭਾਸ਼ਾ ਸਿੱਖਿਆ ਦੇ ਮੂਲ ਉਦੇਸ਼। ਪੰਜਾਬੀ ਭਾਸ਼ਾ ਸਿੱਖਿਆ ਦੇ ਮੂਲ ਉਦੇਸ਼ ਕਿਹੜੇ ਕਿਹੜੇ ਆ ਜੀ? ਸਭ ਤੋਂ ਪਹਿਲਾ ਹੈਗਾ ਗਿਆਨਾਤਮਕ ਉਦੇਸ਼, ਕੌਸ਼ਲਾਤਮਕ ਉਦੇਸ਼, ਗਿਆਨਾਤਮਕ, ਕੌਸ਼ਲਾਤਮਕ, ਕਲਾਤਮਕ, ਸਿਰਜਨਾਤਮਕ ਜਾਂ ਰਚਨਾਤਮਕ, ਸੋਹਜਾਤਮਕ। ਬਸ ਇੰਨਾ ਹੀ, ਆ ਸਾਰਿਆਂ ਨੂੰ ਧਿਆਨ ਰੱਖਿਓ। ਇਹ ਮਾਤ ਭਾਸ਼ਾ ਸਿੱਖਿਆ ਦੇ ਜਿਹੜੇ ਮੂਲ ਉਦੇਸ਼ ਆ, ਗਿਆਨਾਤਮਕ, ਕੌਸ਼ਲਾਤਮਕ ਤੇ ਕਲਾਤਮਕ, ਸਿਰਜਨਾਤਮਕ ਜਾਂ ਰਚਨਾਤਮਕ ਤੇ ਸੋਹਜਾਤਮਕ। ਰੱਖਿਓ ਥੋੜ੍ਹਾ ਜਿਹਾ ਖਿਆਲ ਦੇ ਵਿੱਚ। ਪਹਿਲਾਂ ਉਦੇਸ਼ਾਂ ਦੇ ਨਾਮ ਮੈਂ ਪੜ੍ਹਤੇ ਆ, ਹੁਣ ਆਪਾਂ ਗੱਲ ਕਰਦੇ ਹਾਂ। ਦੇਖੋ ਜੀ, ਮਾਤ ਭਾਸ਼ਾ ਸਿੱਖਿਆ ਦੇ ਮੂਲ ਉਦੇਸ਼। ਪਹਿਲਾ ਹੈਗਾ ਜੀ ਗਿਆਨਾਤਮਕ ਉਦੇਸ਼। ਗਿਆਨਾਤਮਕ ਉਦੇਸ਼ ਪਹਿਲਾ, ਮਾਤ ਭਾਸ਼ਾ ਸਿੱਖਿਆ ਦੇ ਗਿਆਨਾਤਮਕ ਉਦੇਸ਼। ਗਿਆਨ ਦਾ ਸੰਬੰਧ ਕਿਹਦੇ ਨਾਲ ਆ? ਬੁੱਧੀ ਨਾਲ, ਸਾਡੇ ਦਿਮਾਗ ਦੇ ਨਾਲ ਹੈ ਗਿਆਨ ਦਾ। ਹੁਣ ਦੇਖੋ ਜੀ, ਗਿਆਨਾਤਮਕ ਉਦੇਸ਼ ਭਾਸ਼ਾ ਤੇ ਸਾਹਿਤ ਪ੍ਰਤੀ ਮੁੱਢਲੀਆਂ ਗੱਲਾਂ ਦਾ ਗਿਆਨ ਦੇਣਾ। ਠੀਕ ਹੈ, ਗਿਆਨਾਤਮਕ ਉਦੇਸ਼ ਦੇ ਵਿੱਚ ਕੀ ਜਿਹੜੀਆਂ ਮੇਨ ਕੀ ਪੁਆਇੰਟ ਰੱਖਿਓ ਧਿਆਨ ਦੇ ਵਿੱਚ, ਕੀ ਵਰਡਸ ਧਿਆਨ ਦੇ ਵਿੱਚ ਰੱਖਿਓ। ਦੇਖੋ, ਮਾਤ ਭਾਸ਼ਾ ਸਿੱਖਿਆ ਦੇ ਮੂਲ ਉਦੇਸ਼ਾਂ ਦੇ ਵਿੱਚ ਆਪਾਂ ਇੱਕ ਪੜ੍ਹ ਰਹੇ ਹਾਂ ਗਿਆਨਾਤਮਕ ਉਦੇਸ਼। ਗਿਆਨਾਤਮਕ ਉਦੇਸ਼ ਦੇ ਵਿੱਚ ਬੱਚੇ ਨੂੰ ਕਿਹੜੀ ਕਿਹੜੀ ਚੀਜ਼ ਦਾ ਗਿਆਨ ਦੇਣਾ ਹੈ? ਕਿਹੜੀ ਕਿਹੜੀ ਦਾ? ਭਾਸ਼ਾਈ ਤੱਤਾਂ ਦਾ ਗਿਆਨ। ਭਾਸ਼ਾ ਦੇ ਤੱਤ ਕਿਹੜੇ ਕਿਹੜੇ ਆ? ਦੇਖੋ, ਅੱਖਰ ਹੋ ਗਏ, ਸ਼ਬਦ ਹੋ ਗਏ, ਸ਼ਬਦ ਭੇਦ, ਵਾਕ, ਧੁਨੀ, ਸ਼ਬਦ, ਵਾਕ, ਅਖਾਣ, ਮੁਹਾਵਰੇ, ਇਹ ਸਾਰੇ ਤੱਤ ਆ ਭਾਸ਼ਾ ਦੇ। ਇਹਨਾਂ ਤੱਤਾਂ ਤੋਂ ਭਾਸ਼ਾ ਬਣੀ ਹੈ ਨਾ। ਤੇ ਹੁਣ ਇੱਥੇ ਕੀ ਹੈ? ਇਹਨਾਂ ਦਾ ਭਾਸ਼ਾਈ ਤੱਤਾਂ ਦਾ ਗਿਆਨ। ਇਹ ਕਿਹੜੇ ਵੀ ਉਦੇਸ਼ 'ਚ ਆਉਂਦਾ? ਗਿਆਨਾਤਮਕ ਉਦੇਸ਼ 'ਚ। ਰੱਖਿਓ ਧਿਆਨ, ਐਵੇਂ ਨਾ ਹੋਵੇ ਵੀ ਭਾਸ਼ਾਈ ਤੱਤਾਂ ਦਾ ਗਿਆਨ ਕੌਸ਼ਲਾਤਮਕ ਉਦੇਸ਼ ਦੇ ਵਿੱਚ ਵਾੜ ਦਿਓ, ਐਵੇਂ ਨਾ ਕਰਿਓ। ਧਿਆਨ ਰੱਖਿਓ, ਆਹ ਗੱਲਾਂ ਆਹ ਹੀ ਹੈ। ਇੱਥੇ ਪ੍ਰਸ਼ਨ ਆਊਗਾ, ਪ੍ਰਸ਼ਨ ਪੱਕਾ 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 ਸ਼ਿਓਰ ਆਊਗਾ। ਭਾਸ਼ਾਈ ਵਿਸ਼ਾ ਵਸਤੂ ਦਾ ਗਿਆਨ। ਵਿਸ਼ਾ ਵਸਤੂ ਦਾ ਗਿਆਨ, ਹੈ ਨਾ। ਵਿਸ਼ਾ ਵਸਤੂ, ਬੱਚੇ ਨੂੰ ਕਿਹੜੀ ਸਮੱਗਰੀ ਪ੍ਰਦਾਨ ਕੀਤੀ ਜਾ ਰਹੀ ਹੈ ਭਾਸ਼ਾ ਦੇ ਵਿੱਚ, ਪਾਠ ਦੇ ਵਿੱਚ ਕਿਹੜਾ ਵਿਸ਼ਾ ਵਸਤੂ ਪੜ੍ਹਾਇਆ ਜਾ ਰਿਹਾ, ਪਾਠ ਦਾ ਵਿਸ਼ਾ, ਸਬਜੈਕਟ ਕੀ ਹੈ। ਲੇਖਕ ਦੇ ਵਿਚਾਰ, ਭਾਵ, ਸੰਸਕ੍ਰਿਤਿਕ, ਪੁਰਾਣਿਕ, ਵਿਵਹਾਰਿਕ ਜੀਵਨ ਗਥਾਵਾਂ, ਤੱਥ ਗਿਆਨ। ਇੰਨੀ ਗੱਲ ਦਾ ਤਾਂ ਬਾਹਲਾ ਧਿਆਨ ਰੱਖਿਓ। ਭਾਸ਼ਾਈ ਤੱਤਾਂ ਦਾ ਗਿਆਨ, ਭਾਸ਼ਾਈ ਵਿਸ਼ਾ ਵਸਤੂ ਦਾ ਗਿਆਨ, ਰਚਨਾ ਦੇ ਵੱਖ-ਵੱਖ ਰੂਪਾਂ ਦਾ ਗਿਆਨ, ਸਾਹਿਤ ਦੇ ਵੱਖ-ਵੱਖ ਰੂਪਾਂ ਦਾ ਗਿਆਨ। ਇਹ ਚਾਰੇ ਦੇ ਚਾਰੇ ਗਿਆਨਾਤਮਕ ਉਦੇਸ਼ ਦੇ ਵਿੱਚ ਆਉਂਦੇ ਆ। ਤੇ ਗਿਆਨਾਤਮਕ ਉਦੇਸ਼ ਪੰਜਾਬੀ ਭਾਸ਼ਾ ਸਿੱਖਿਆ ਦਾ ਮੂਲ ਉਦੇਸ਼ ਹੈ। ਪੰਜਾਬੀ ਭਾਸ਼ਾ ਸਿੱਖਿਆ ਦਾ ਮੂਲ ਉਦੇਸ਼ ਗਿਆਨਾਤਮਕ ਉਦੇਸ਼। ਉਹਦੇ ਵਿੱਚ ਭਾਸ਼ਾਈ ਤੱਤਾਂ ਦਾ ਗਿਆਨ, ਭਾਸ਼ਾਈ ਵਿਸ਼ੇ ਵਸਤੂ ਦਾ ਗਿਆਨ, ਰਚਨਾ ਦੇ ਵੱਖ-ਵੱਖ ਰੂਪਾਂ ਦਾ ਗਿਆਨ। ਰਚਨਾ ਦੇ ਵੱਖ-ਵੱਖ ਰੂਪ ਕਿਹੜੇ ਆ? ਵਾਰਤਾਲਾਪ, ਭਾਸ਼ਣ, ਵਾਦ ਵਿਵਾਦ, ਸੰਵਾਦ, ਇੰਟਰਵਿਊ, ਨਿਬੰਧ, ਕਹਾਣੀ, ਪੱਤਰ। ਇਹ ਰਚਨਾ ਕੀਤੀ ਜਾਂਦੀ ਹੈ ਨਾ ਇਹਨਾਂ ਦੀ। ਐਵੇਂ ਲਿਖਿਆ ਜਾਂਦਾ ਨਾ, ਕਹਾਣੀ ਰਚਨਾ ਕਰੋ, ਪੱਤਰ ਰਚਨਾ ਕਰੋ, ਹੈ ਨਾ, ਭਾਸ਼ਣ ਰਚਨਾ ਕਰੋ। ਸਾਹਿਤ ਦੇ ਵੱਖ-ਵੱਖ ਰੂਪਾਂ ਦਾ ਗਿਆਨ, ਆ ਸਾਹਿਤ ਦੇ ਰੂਪ ਆ ਸਾਰੇ। ਨਿਬੰਧ, ਕਾਵ, ਨਾਟਕ, ਨਿੱਕੀ ਕਹਾਣੀ, ਗੀਤ, ਨਾਵਲ, ਕਿੱਸਾ, ਵਾਰ, ਕਾਫੀ। ਇਹ ਸਾਹਿਤ ਦੇ ਵੱਖ-ਵੱਖ ਰੂਪਾਂ ਦਾ
ਗਿਆਨ ਹੈ। ਕਾਫੀ ਵਾਰ ਕਿੱਸਾ ਤੇ ਆਪਣੇ ਸਿਲੇਬਸ ਦੇ ਵਿੱਚ ਵੀ ਹੈ, ਇਸ ਕਰਕੇ ਇਹ ਪ੍ਰਸ਼ਨ ਇੱਥੇ ਪੁੱਛ ਸਕਦਾ ਹੈ ਨਾ ਵੀ ਕਾਫੀ ਵਾਰ ਤੇ ਕਿੱਸਾ ਇਹ ਹੈ ਕੀ ਹੈ, ਸਾਹਿਤ ਦੇ ਰੂਪ ਆ ਤੇ ਸਾਹਿਤ ਦੇ ਵੱਖ-ਵੱਖ ਰੂਪਾਂ ਦਾ ਗਿਆਨ ਆਪਾਂ ਨੂੰ ਕਿਹੜੇ 'ਚ ਮਿਲਣਾ, ਗਿਆਨਾਤਮਕ ਉਦੇਸ਼ ਦੇ ਵਿੱਚ। ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਗਿਆਨ ਦਾ ਵਿਕਾਸ, ਗਿਆਨ ਦਾ ਜਿਹੜਾ ਵਿਕਾਸ ਦਾ ਉਦੇਸ਼ ਹੈ ਉਹ ਕਿਹਦੇ ਵਿੱਚ ਆਊਗਾ, ਗਿਆਨਾਤਮਕ ਉਦੇਸ਼ ਦੇ ਵਿੱਚ, ਜਿਹੜਾ ਪੰਜਾਬੀ ਭਾਸ਼ਾ ਸਿੱਖਿਆ ਦਾ ਮੂਲ ਉਦੇਸ਼ ਹੈ। ਇੰਪੋਰਟੈਂਟ ਆ, ਧਿਆਨ ਦੇ ਵਿੱਚ ਰੱਖਿਓ। ਸਾਹਿਤ ਦੇ ਵੱਖ-ਵੱਖ ਰੂਪਾਂ ਦਾ ਗਿਆਨ, ਐ ਨਾ ਹੋਵੇ ਵੀ ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਗਿਆਨ ਨੂੰ ਕੌਸ਼ਲਾਤਮਕ ਉਦੇਸ਼ ਨੂੰ ਸਮਝ ਲਓ ਕਿ ਜਾਂ ਕਲਾਤਮਕ ਜਾਂ ਸਿਰਜਨਾਤਮਕ, ਹੈ ਨਾ, ਇਵੇਂ ਨਾ ਧਿਆਨ ਰੱਖਿਓ, ਇਸ ਗੱਲ ਦਾ ਰੱਖਿਓ ਧਿਆਨ। ਇਹ ਵੀ ਰਚਨਾਤਮਕ 'ਚ ਨਹੀਂ ਆਉਂਦੇਗੇ। ਦੇਖ ਲਓ, ਰਚਨਾ ਦੇ ਵੱਖ-ਵੱਖ ਰੂਪਾਂ ਦਾ ਗਿਆਨ ਭਾਸ਼ਾ ਦੇ ਗਿਆਨਾਤਮਕ ਉਦੇਸ਼ਾਂ 'ਚ ਆਉਂਦਾ, ਕਿਤੇ ਰਚਨਾਤਮਕ ਦੇ ਵਿੱਚ ਕਰ ਦੋ, ਹੈ ਨਾ। ਐਵੇਂ ਪ੍ਰਸ਼ਨ, ਇਹ ਬਹੁਤ ਔਖਾ ਪ੍ਰਸ਼ਨ ਬਣਦਾ ਇੱਥੇ, ਇਸ ਤੋਂ ਹਾਰਡ ਕੋਈ ਪ੍ਰਸ਼ਨ ਨਹੀਂ ਬਣਦਾ। ਰੱਖਿਓ ਧਿਆਨ ਥੋੜ੍ਹਾ ਜਿਹਾ, ਹੈ ਨਾ, ਵਧੀਆ ਖਿਆਲ ਰੱਖਿਓ ਇਸ ਚੀਜ਼ ਦਾ, ਪੂਰੇ ਐਨ ਠੰਡੇ ਦਿਮਾਗ ਨਾਲ। ਕੌਸ਼ਲਾਤਮਕ ਉਦੇਸ਼ ਦੀ ਗੱਲ ਕਰਦੇ ਹਾਂ ਆਪਾਂ ਜੀ। ਹਾਂਜੀ, ਇਸ ਦਾ ਸੰਬੰਧ 4 ਭਾਸ਼ਾਈ ਕੌਸ਼ਲਾਂ ਨਾਲ ਹੈ। 4 ਭਾਸ਼ਾਈ ਕੌਸ਼ਲ ਕਿਹੜੇ-ਕਿਹੜੇ ਆ ਜੀ? ਸੁਣਨਾ ਅਤੇ ਸਮਝਣਾ 1 ਨੰਬਰ, ਦੂਸਰਾ ਬੋਲਣਾ, ਤੀਸਰਾ ਪੜ੍ਹਨਾ, ਚੌਥਾ ਲਿਖਣਾ। ਸੁਣ ਕੇ ਮੌਖਿਕ ਅਤੇ ਪੜ੍ਹ ਕੇ ਲਿਖਿਤ ਅਰਥ ਜਾਂ ਭਾਵ ਗ੍ਰਹਿਣ ਕਰਨ ਦੀ ਸਮਰੱਥਾ ਦਾ ਵਿਕਾਸ ਕਰਨਾ, ਅਤੇ ਦੂਸਰਾ ਬੋਲ ਕੇ ਮੌਖਿਕ ਅਤੇ ਲਿਖ ਕੇ ਲਿਖਿਤ ਵਿਚਾਰਾਂ ਦਾ ਜਾਂ ਭਾਵਾਂ ਦਾ ਸਵੈ ਪ੍ਰਗਟਾ ਕਰਨ ਦੀ ਸਮਰੱਥਾ ਦਾ ਵਿਕਾਸ ਕਰਨਾ। ਚਾਰੇ ਦੇ ਚਾਰੇ ਕੌਸ਼ਲਾਂ ਦਾ ਵਿਕਾਸ ਕੌਸ਼ਲਾਤਮਕ ਉਦੇਸ਼ ਵਿੱਚ ਆਉਂਦਾ ਹੈ। ਸ਼ੁੱਧ ਵਾਚਨ ਨਾਲ ਲਿਖਿਤ ਭਾਸ਼ਾ ਦਾ ਉੱਚੀ ਅਤੇ ਮੌਨ ਵਾਚਨ ਕਰਦੇ ਹੋਏ ਅਰਥ ਗ੍ਰਹਿਣ ਕਰਨਾ। ਭਾਸ਼ਾ ਤੇ ਵਿਆਕਰਣ ਦਾ ਸ਼ੁੱਧ, ਸਪਸ਼ਟ ਤੇ ਪ੍ਰਭਾਵਸ਼ਾਲੀ ਪ੍ਰਯੋਗ ਆ ਵਿਆਕਰਣ ਵਾਲਾ ਕੌਸ਼ਲਾਤਮਕ ਉਦੇਸ਼ ਦੇ ਵਿੱਚ ਆਉਂਦਾ ਹੈ। ਸ਼ੁੱਧ, ਸੁੰਦਰ ਅਤੇ ਪ੍ਰਭਾਵਸ਼ਾਲੀ ਲਿਖਤ, ਇਹ ਕੌਸ਼ਲ ਹੀ ਹੁੰਦੇ ਇੱਕ ਤਰ੍ਹਾਂ ਦੇ। ਗੱਦ ਪਦ ਪੜ੍ਹ ਕੇ ਅਰਥ ਗ੍ਰਹਿਣ ਕਰਨਾ, ਇਹ ਸਾਡੇ ਕੌਸ਼ਲਾਂ ਦੇ ਵਿੱਚ ਆਉਂਦੇ ਆ, ਕੌਸ਼ਲ ਵਿਕਾਸ ਦੇ ਵਿੱਚ ਆਉਂਦੇ ਆ। ਇਹਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਰੱਖਣ ਵਾਲੀ ਚੀਜ਼ ਹੈ ਚਾਰੇ ਭਾਸ਼ਾਈ ਕੌਸ਼ਲਾਂ ਦੀ ਗੱਲ। ਸ਼ੁੱਧ ਵਾਚਨ ਵਾਲੀ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ। ਹੁਣ ਆ ਗਈ ਜੀ ਗੱਲ ਕਲਾਤਮਕ ਉਦੇਸ਼ਾਂ ਦੀ। ਕਲਾ ਸੰਬੰਧੀ ਵਿਦਿਆਰਥੀ ਵਿੱਚ ਕਲਾਤਮਕ ਰੁਚੀਆਂ ਅਤੇ ਸਦ ਪ੍ਰਵਰਤੀਆਂ ਜਾਂ ਚੰਗੀਆਂ ਬਿਰਤੀਆਂ ਦਾ ਵਿਕਾਸ ਕਰਨਾ, ਜਿਵੇਂ ਭਾਸ਼ਾ ਅਤੇ ਸਾਹਿਤ ਪ੍ਰਤੀ ਰੁਚੀ ਪੈਦਾ ਕਰਨਾ, ਹੈ ਨਾ। ਭਾਸ਼ਾ ਅਤੇ ਸਾਹਿਤ ਦੇ ਪ੍ਰਤੀ ਰੁਚੀ ਪੈਦਾ ਕਰਨਾ, ਇਹ ਕਲਾਤਮਕ ਉਦੇਸ਼ਾਂ ਦੇ ਵਿੱਚ ਆਉਂਦੇ ਆ। ਸਦ ਪ੍ਰਵਰਤੀਆਂ ਮਤਲਬ ਚੰਗੇ ਗੁਣਾਂ ਦਾ ਵਿਕਾਸ ਕਰਨਾ। ਅੱਗੇ ਦੇਖੋ, ਸਦ ਪ੍ਰਵਰਤੀਆਂ ਵੇਖ ਲਓ ਕਿਹਨੂੰ ਕਹਿੰਦੇ ਆ, ਮੈਂ ਲਿਖ ਹੀ ਦਿੱਤਾ ਸੀ। ਸਦ ਪ੍ਰਵਰਤੀਆਂ ਹੁੰਦੀਆਂ ਦੇਸ਼ ਪਿਆਰ, ਸ਼ਰਧਾ, ਯਕੀਨ, ਸੰਵੇਦਨਸ਼ੀਲਤਾ, ਸਮਾਜਿਕ ਮੁੱਲ, ਇਹਨਾਂ ਦਾ ਵਿਕਾਸ। ਇਹ ਸਾਰੇ ਨੈਤਿਕ ਗੁਣਾਂ ਦੇ ਵਿੱਚ, ਨੈਤਿਕ ਗੁਣ ਹੋ ਗਏ ਸਾਡੇ ਅੰਦਰ ਦੀਆਂ ਖੂਬੀਆਂ ਹੋ ਗਈਆਂ ਜਿਹੜੀਆਂ, ਉਹਨੂੰ ਸਦ ਪ੍ਰਵਰਤੀਆਂ 'ਚ ਲਿਖਿਆ ਜਾਂਦਾ। ਇਹ ਕਲਾਤਮਕ ਉਦੇਸ਼ਾਂ ਦੀ ਸ਼੍ਰੇਣੀ 'ਚ ਆਉਂਦੀਆਂ। ਸਦ ਪ੍ਰਵਰਤੀਆਂ ਜਿਹੜੀਆਂ, ਸਦ ਪ੍ਰਵਰਤੀਆਂ ਦਾ ਵਿਕਾਸ ਹੈ ਜਿਹੜਾ, ਉਹ ਪੰਜਾਬੀ ਭਾਸ਼ਾ ਦਾ ਮੂਲ ਉਦੇਸ਼ ਹੈ ਅਤੇ ਉਹ ਕਿਹਦੇ ਵਿੱਚ ਆਉਂਦਾ? ਕਲਾਤਮਕ ਉਦੇਸ਼ ਦੇ ਵਿੱਚ। ਹੁਣ ਆ ਗਈ ਜੀ ਸਿਰਜਨਾਤਮਕ ਜਾਂ ਰਚਨਾਤਮਕ ਉਦੇਸ਼। ਸਾਹਿਤ ਰਚਨਾ ਦੀ ਪ੍ਰੇਰਣਾ ਦੇਣਾ, ਰਚਨਾ ਕਰਨ ਦੀ, ਸਾਹਿਤ ਰਚਨਾ ਦੀ, ਰਚਨਾਵਾਂ ਵਿੱਚ ਮੌਲਿਕਤਾ ਦਾ ਵਿਕਾਸ ਕਰਨਾ, ਹੈ ਨਾ। ਵੀ ਕੋਈ ਰਚਨਾ ਕਰ ਰਿਹਾ ਹੈ ਤੇ ਉਹਦੇ ਵਿੱਚ ਮੌਲਿਕਤਾ ਮਤਲਬ ਆਪਣੇ ਖੁਦ ਦੇ ਵਿਚਾਰ ਵਿੱਚ ਪੇਸ਼ ਕਰਨੇ, ਜੋ ਕਿਸੇ ਦੇ ਚੁਰਾਏ ਨਾ ਹੋਣ, ਉਹਨੂੰ ਕਿਹਾ ਜਾਂਦਾ ਮੌਲਿਕ ਦਾ ਵਿਕਾਸ। ਜਿਵੇਂ ਕਹਾਣੀਆਂ ਲਿਖਣ ਅਤੇ ਸੁਣਾਉਣ ਦੀ ਯੋਗਤਾ। ਹੁਣ ਸਿਰਜਨਾਤਮਕ ਦੇ ਵਿੱਚ ਇਕੱਲਾ ਲਿਖਣਾ ਹੀ ਥੋੜ੍ਹਾ ਹੁੰਦਾ, ਕਿਸੇ ਗੱਲ ਨੂੰ ਬੋਲ ਕੇ ਸੁਣਾ ਦੇਣਾ, ਇਹ ਵੀ ਤਾਂ ਰਚਨਾਤਮਕ ਜਾਂ ਸਿਰਜਨਾਤਮਕ ਦੇ ਵਿੱਚ ਹੀ ਆਉਂਦਾ। ਮੌਲਿਕ ਭਾਵਨਾਵਾਂ, ਵਿਚਾਰਾਂ ਨੂੰ ਬੋਲਚਾਲ ਅਤੇ ਲਿਖਤੀ ਰਾਹੀਂ ਪ੍ਰਗਟਾਉਣਾ। ਮੌਲਿਕਤਾ ਦੀ ਜਦੋਂ ਵੀ ਗੱਲ ਆਊਗੀ ਉਦੋਂ ਸਿਰਜਨਾਤਮਕਤਾ ਦੀ ਗੱਲ ਆਊਗੀ। ਮੌਲਿਕਤਾ ਕੀ ਵਰਡ ਹੈ? ਸਿਰਜਨਾਤਮਕ ਜਾਂ ਰਚਨਾਤਮਕਤਾ। ਸਾਹਿਤ ਰਚਨਾ ਦੀ ਪ੍ਰੇਰਣਾ, ਘਟਨਾਵਾਂ ਦਾ ਬੋਲਚਾਲ, ਲਿਖਤੀ ਵਰਣਨ, ਇਹ ਸਿਰਜਨਾਤਮਕਤਾ ਦੀ ਸ਼੍ਰੇਣੀ 'ਚ ਆਉਂਦਾ। ਹੁਣ ਆ ਗਏ ਜੀ ਸੁਹਜਾਤਮਕ ਉਦੇਸ਼। ਸੁਹਜ ਦਾ ਸ਼ਾਬਦਿਕ ਅਰਥ ਹੁੰਦਾ ਹੈ ਸੁੰਦਰਤਾ। ਸੁੰਦਰਤਾ ਪ੍ਰਤੀ ਪਿਆਰ ਪੈਦਾ ਕਰਨਾ। ਸੁੰਦਰਤਾ ਪ੍ਰਤੀ ਦਾ ਇਹਦਾ ਮਤਲਬ ਇਹ ਨਹੀਂਗਾ ਵੀ ਸਰੀਰਕ ਸੁੰਦਰਤਾ ਪ੍ਰਤੀ, ਨਹੀਂ। ਕਿਉਂਕਿ ਦੇਖੋ ਜਿਹੜਾ ਹੁੰਦਾ ਨਾ ਸਾਹਿਤਿਆ ਇੱਕ ਬਹੁਤ ਵੱਡੀ ਕਲਾ ਸੌਂਦਰਿਆ ਇੱਕ। ਇਹ ਬਹੁਤ ਸੁੰਦਰਤਾ ਇਹਦੇ ਵਿੱਚ, ਪਰ ਇਹਦੇ ਵਿੱਚ ਸੁੰਦਰਤਾ ਹੈਗੀ ਆ ਆਤਮਿਕ, ਭਾਵਾਤਮਿਕ ਸੁੰਦਰਤਾ, ਅੰਦਰੂਨੀ ਸੁੰਦਰਤਾ ਜਿਹਨੂੰ ਕਹਿ ਦਿੰਦੇ। ਸਾਹਿਤ ਵੀ ਆਪਣੇ ਆਪ ਦੇ ਵਿੱਚ ਇੱਕ ਕਲਾਵਾਂ ਦੀ ਸ਼੍ਰੇਣੀ 'ਚ ਆਉਂਦੀ ਹੈ, ਲਲਿਤ ਕਲਾ ਦੀ ਸ਼੍ਰੇਣੀ 'ਚ ਆਉਂਦੀ ਹੈ ਨਾ। ਹਾਂ, ਕਵਿਤਾ ਦੇ ਭਾਵਾਂ ਨੂੰ ਗ੍ਰਹਿਣ ਕਰਨਾ ਇਹ ਸੁਹਜਾਤਮਕ ਉਦੇਸ਼ ਦੇ ਵਿੱਚ ਆਉਂਦਾ ਹੈ।
ਕਵਿਤਾ ਦੇ ਭਾਵਾਂ ਨੂੰ ਗ੍ਰਹਿਣ ਕਰ ਲੈਣਾ ਵੀ ਕਵੀ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦਾ ਸੀ, ਕਵੀ ਦੇ ਮਨ ਦੇ ਕੀ ਭਾਵ ਸੀ, ਕਵਿਤਾ ਦੇ ਵਿੱਚ ਕਿਹੜੇ ਭਾਵਾਂ ਨੂੰ ਪ੍ਰਗਟ ਕਰਨ, ਕਾਵਿਕ ਸੁੰਦਰਤਾ ਨੂੰ ਪਛਾਣਨ ਦੀ ਯੋਗਤਾ, ਇਹ ਸੁਹਜਾਤਮਕ ਉਦੇਸ਼ਾਂ ਦੇ ਵਿੱਚ ਆਉਂਦਾ ਹੈ। ਕਵਿਤਾ ਦੇ ਭਾਵਾਂ ਨੂੰ ਦੇਖੋ, ਮਨ ਦੀ ਸੁੰਦਰਤਾ ਦੀ ਮੈਂ ਗੱਲ ਕਰ ਰਿਹਾ, ਜੇ ਤਾਂ ਮਨ ਦੀ ਸੁੰਦਰਤਾ ਦੀ ਗੱਲ ਕਰਾਂ ਵੀ ਮਨ ਨੂੰ ਕੋਈ ਚੀਜ਼ ਸੋਹਣੀ ਲੱਗਦੀ ਹੋਵੇ, ਜੇ ਤਾਂ ਕਵਿਤਾ ਮਨ ਨੂੰ ਸੋਹਣੀ ਲੱਗਦੀ ਆ ਪੜ੍ਹਦਿਆਂ ਤਾਂ ਉਹਦਾ ਭਾਵ ਆਪਾਂ ਨੂੰ ਪਤਾ ਲੱਗੂਗਾ। ਜੇ ਮਨ ਨੂੰ ਚੰਗੀ ਨਹੀਂ ਲੱਗਦੀ ਤਾਂ ਉਹਦਾ ਭਾਵ ਆਪਾਂ ਨੂੰ ਪਤਾ ਨਹੀਂ ਲੱਗੂਗਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਇਹਨੂੰ ਕਿਹਾ ਜਾਂਦਾ ਸੁਹਜਾਤਮਕ ਉਦੇਸ਼। ਸੁਹਜਾਤਮਕ ਮਤਲਬ ਅੰਦਰੂਨੀ ਸੁੰਦਰਤਾ ਦੇ ਨਾਲ ਦੇਖਣਾ, ਕਿਉਂਕਿ ਕਵਿਤਾ ਦੇ ਵਿੱਚ ਬੜੀ ਸੋਹਣੀ ਸੁੰਦਰ ਤਰੀਕੇ ਨਾਲ ਸ਼ਬਦਾਂ ਦੀ ਜੜਤ ਨਾਲ ਸ਼ਬਦ ਜੜ ਕੇ, ਹੈ ਨਾ, ਜਿਵੇਂ ਮੋਤੀ ਨਹੀਂ ਜੜੇ ਹੁੰਦੇ, ਨਗੀਨੇ ਜੜੇ ਹੁੰਦੇ ਆ, ਉਵੇਂ ਜੜ ਕੇ ਸਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕੀਤੀ ਹੁੰਦੀ ਹੈ। ਕਵੀ ਨੇ ਆਪਣੇ ਭਾਵ ਪ੍ਰਗਟ ਕੀਤੇ ਹੁੰਦੇ ਆ। ਕਵਿਤਾ ਦੇ ਆਪਾਂ ਪੜ੍ਹਦੇ ਹਾਂ ਸ਼ਾਬਦਿਕ ਅਰਥ, ਪਰ ਕਵਿਤਾ ਦੇ ਅਰਥ ਭਾਵਾਤਮਕ ਹੁੰਦੇ ਆ ਅਸਲ ਦੇ ਵਿੱਚ। ਸੁਹਜਾਤਮਕ ਕਾਵਾਤਮਕ ਪ੍ਰਵਰਤੀਆਂ ਦਾ ਜਨਮ ਅਤੇ ਵਿਕਾਸ ਕਰਨਾ ਅਤੇ ਕਾਵ ਪ੍ਰਤੀ ਰੁਚੀ ਪੈਦਾ ਕਰਨਾ। ਜਦੋਂ ਗੱਲ ਆਊਗੀ ਕਵਿਤਾ ਦੀ, ਉਦੋਂ ਸੁਹਜਾਤਮਕ ਉਦੇਸ਼ ਦੀ ਗੱਲ ਆਊਗੀ, ਰੱਖਿਓ ਧਿਆਨ। ਹੁਣ ਆ ਗਈ ਜੀ ਸਿੱਖਿਆ ਦੇ ਵੱਖ-ਵੱਖ ਪੱਧਰਾਂ, ਮਤਲਬ ਲੈਵਲ, ਵੱਖ-ਵੱਖ ਸ਼੍ਰੇਣੀਆਂ ਉੱਤੇ ਪੰਜਾਬੀ ਭਾਸ਼ਾ ਸਿੱਖਿਆ ਦੇ ਉਦੇਸ਼ ਆਪਾਂ ਨੂੰ ਪਤਾ ਹੀ ਹੈ। ਇੱਕ ਸਾਡੀ ਹੁੰਦੀ ਹੈ ਪ੍ਰਾਇਮਰੀ ਜਾਂ ਆਰੰਭਿਕ ਸ਼੍ਰੇਣੀਆਂ, ਜਿਹਨੂੰ ਪਹਿਲੀ ਤੋਂ ਪੰਜਵੀਂ ਜਾਂ ਪਹਿਲੀ ਤੋਂ 8ਵੀਂ ਕਹਿ ਦਿੰਦੇ ਹਾਂ। ਇੱਕ ਆਪਾਂ ਦੂਸਰੀ ਹੁੰਦੀ ਹੈ ਆਪਣੀ ਆਪਾਂ ਜਿਹੜੀ 10ਵੀਂ ਤੱਕ ਕਹਿ ਦਿੰਦੇ ਹਾਂ ਮਿਡਲ, ਅਤੇ ਉਸ ਤੋਂ ਬਾਅਦ ਆ ਗਈ ਜੀ 12ਵੀਂ ਤੱਕ, ਉਹਨੂੰ ਆਪਾਂ ਕਹਿ ਦਿੰਦੇ ਹਾਂ, ਆਪਾਂ ਉਹਨੂੰ ਕਹਿ ਦਿੰਦੇ ਉੱਚ ਸ਼੍ਰੇਣੀ, ਹਾਇਰ। ਪ੍ਰਾਇਮਰੀ ਪੱਧਰ 'ਤੇ ਪੰਜਾਬੀ ਭਾਸ਼ਾ ਸਿੱਖਿਆ ਦੇ ਉਦੇਸ਼ ਦੇਖੋ ਜੀ, ਆਪਾਂ ਨੂੰ ਪਤਾ ਹੈ ਵੀ ਆਪਣੇ ਸਕੂਲਾਂ ਦੇ ਵਿੱਚ ਪੰਜਾਬੀ ਹੈ ਜਿਹੜੀ ਉਹ 6ਵੀਂ ਜਮਾਤ ਤੋਂ ਲੱਗਦੀ ਹੈ। 6ਵੀਂ ਜਮਾਤ ਤੋਂ ਲੱਗਦੀ ਹੈ। ਇਹਦਾ ਮਤਲਬ ਇਹ ਹੈ ਵੀ ਬੱਚਿਆਂ ਨੂੰ 6ਵੀਂ ਜਮਾਤ ਤੋਂ ਜਦੋਂ ਪ੍ਰਾਇਮਰੀ ਪੱਧਰ 'ਤੇ ਜਦੋਂ ਬੱਚਾ ਪੰਜਾਬੀ ਭਾਸ਼ਾ ਸਿੱਖੂਗਾ, ਉਦੋਂ ਆਪਣਾ ਉਦੇਸ਼ ਹੋਣਾ ਚਾਹੀਦਾ ਹੈ। ਦੇਖੋ ਪ੍ਰਾਇਮਰੀ ਪੱਧਰ 'ਤੇ ਆਪਾਂ ਬੱਚੇ ਨੂੰ ਕਵਿਤਾ ਤਾਂ ਪੜ੍ਹਾ ਨਹੀਂ ਸਕਦੇ ਵੀ ਵੱਡੀ ਸਾਰੀ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਲਿਆਓ ਅਤੇ ਵੀ ਇਹਨੂੰ ਪੜ੍ਹਾਓ, ਐਵੇਂ ਤਾਂ ਨਹੀਂ ਕਰ ਸਕਦੇ। ਬੱਚੇ ਨੂੰ ਐ ਥੋੜ੍ਹਾ ਵੀ ਨਿਬੰਧ ਲਿਖ ਵੀ ਚੱਲ ਬੇਟਾ, ਹੈ ਨਾ। ਜਦੋਂ ਆਪਾਂ ਬੱਚਾ ਪਹਿਲੀ ਵਾਰੀ ਜਦੋਂ ਪੰਜਾਬੀ ਸਿੱਖੂਗਾ, ਆਪਾਂ ਕਿੱਥੋਂ ਸ਼ੁਰੂ ਕਰਾਂਗੇ? ਉਹਨੂੰ ਅੱਖਰਾਂ ਤੋਂ ਤਾਂ ਸ਼ੁਰੂ ਕਰਾਂਗੇ, ਊੜੇ ਐੜੇ ਤੋਂ ਸ਼ੁਰੂ ਕਰਾਂਗੇ। ਉਹਨੂੰ ਲਗਾ ਮਾਤਰਾ, ਮਾਤਰਾ ਲਗਾ ਮਾਤਰਾ, ਬਿੰਦੀ ਟਿੱਪੀ, ਸਧਾਰਨ ਜਾਣਕਾਰੀਆਂ ਦੇਵਾਂਗੇ ਉਹਨੂੰ। ਪੰਜਾਬੀ ਦੀ ਮੁਹਾਰਨੀ ਬਾਰੇ ਉਹਨੂੰ ਦੱਸਾਂਗੇ, ਪੰਜਾਬੀ ਦੀ ਵਰਣਮਾਲਾ ਬਾਰੇ ਉਹਨੂੰ ਦੱਸਾਂਗੇ। ਜਿਹੜੀ ਮੁਹਾਰਨੀ ਬਾਹਰ ਖੜੀ ਜਿਹਨੂੰ ਕਹਿ ਦਿੰਦੇ ਆਪਾਂ, ਉਹਦੇ ਬਾਰੇ ਹੈ ਨਾ ਗੱਲ ਕਰਾਂਗੇ। ਅਤੇ ਫਿਰ ਉਹ ਪ੍ਰਾਇਮਰੀ ਪੱਧਰ 'ਤੇ ਇਹੀ ਹੋਊਗਾ ਨਾ, ਬੱਚੇ ਨੂੰ ਆਹੀ ਕੁਛ ਪੜ੍ਹਾਉਣੇ ਆ ਬਸ ਉਹਦੇ ਹਿਸਾਬ ਨਾਲ। ਹੁਣ ਦੇਖ ਲਓ ਪ੍ਰਾਇਮਰੀ ਪੱਧਰ 'ਤੇ ਤਾਂ ਬੜਾ ਸੌਖਾ ਕੰਮ ਹੈ ਪੰਜਾਬੀ ਭਾਸ਼ਾ ਸਿੱਖਿਆ ਦੇ ਉਦੇਸ਼। ਭਾਸ਼ਾਈ ਉਚਾਰਨ ਨੂੰ ਸ਼ੁੱਧ ਕਰਨਾ, ਇਹ ਭਾਸ਼ਾ ਦਾ ਉਚਾਰਨ ਹੈ ਜਿਹੜਾ ਇਹ ਪ੍ਰਾਇਮਰੀ ਪੱਧਰ 'ਤੇ ਧਿਆਨ ਦੇਣਾ ਹੈ। ਪ੍ਰਸ਼ਨ ਬਹੁਤ ਵਾਰੀ ਪੁੱਛਿਆ ਗਿਆ ਹੈ ਵੀ ਭਾਸ਼ਾਈ ਉਚਾਰਨ ਦਾ ਸੰਬੰਧ ਹੈ ਜਿਹੜਾ ਉਹ ਕਿਹੜੇ ਪੱਧਰ ਦੇ ਨਾਲ ਹੈ? ਉਹ ਕਿਹੜੇ ਪੱਧਰ ਦੇ ਨਾਲ? ਪ੍ਰਾਇਮਰੀ ਪੱਧਰ ਦੇ ਨਾਲ। ਦੂਸਰਾ, ਸ਼ਬਦ ਭੰਡਾਰ ਵਿੱਚ ਵਾਧਾ ਕਰਨਾ, ਇਹ ਇੱਥੇ ਹੀ ਕਰਨਾ ਬੱਚੇ ਦੇ, ਇੱਥੋਂ ਹੀ ਸ਼ੁਰੂ ਕਰ ਦੇਣਾ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ। ਵਾਚਨ ਨੂੰ ਸ਼ੁੱਧ ਅਤੇ ਪ੍ਰਭਾਵਸ਼ਾਲੀ ਬਣਾਉਣਾ ਅਤੇ ਵਾਚਨ ਦੀ ਗਤੀ ਦਾ ਵਿਕਾਸ ਕਰਨਾ। ਵਾਚਨ ਮਤਲਬ ਪੜ੍ਹਨਾ ਬੱਚੇ ਨੇ ਸ਼ੁੱਧ ਹੈ, ਪ੍ਰਭਾਵਸ਼ਾਲੀ ਤਰੀਕੇ ਨਾਲ ਪੜ੍ਹਨਾ। ਇਹ ਗੱਲਾਂ ਬੱਚਾ ਪ੍ਰਾਇਮਰੀ ਸਕੂਲ ਦੇ ਵਿੱਚ, ਪ੍ਰਾਇਮਰੀ ਸ਼੍ਰੇਣੀ ਦੇ ਵਿੱਚ ਸਿੱਖੂਗਾ, ਪ੍ਰਾਇਮਰੀ ਜਮਾਤ ਦੇ ਵਿੱਚ। ਲਿਪੀ ਦੀ ਜਾਣਕਾਰੀ ਅਤੇ ਅਭਿਆਸ ਪ੍ਰਦਾਨ ਕਰਨਾ, ਕਿਉਂਕਿ ਬੱਚਾ ਨਾਲ ਲਿਖਤੀ ਰੂਪ ਵੀ ਤਾਂ ਸਿੱਖ ਰਿਹਾ ਹੈ। ਬੱਚੇ ਦੇ ਚਾਰਾਂ ਕੌਸ਼ਲਾਂ ਦਾ ਵਿਕਾਸ ਇੱਕਸਾਰ ਹੋਣਾ ਚਾਹੀਦਾ ਹੈ। ਅਗਰ ਬੱਚੇ ਨੂੰ ਆਪਾਂ ਲਿਖਤੀ ਰੂਪ ਨਹੀਂ ਸਿਖਾਵਾਂਗੇ ਤਾਂ ਉਸ ਦੇ ਲਿਖਤ ਵਾਲਾ ਜਿਹੜਾ ਕੌਸ਼ਲ ਹੈ ਉਸ ਦਾ ਵਿਕਾਸ ਨਹੀਂ ਹੋਵੇਗਾ, ਕਿਉਂਕਿ ਬੱਚਾ ਰਚਨਾਤਮਕ ਕੰਮ ਵੀ ਕਰੂਗਾ। ਲਿਖਣਾ ਤਾਂ ਇੱਕ ਰਚਨਾਤਮਕ ਕਿਰਿਆ ਹੈ, ਸਿਰਜਣਾਤਮਕ ਕਿਰਿਆ ਹੈ ਨਾ। ਲਿਖਣ ਦੇ ਨਾਲ ਅਭਿਆਸ ਬੱਚਾ ਕਰਦਾ ਹੈ, ਇੰਟਰਸਟਿੰਗ ਚੀਜ਼ ਹੈ ਲਿਖਣਾ। ਲਿਪੀ ਦੀ ਜਾਣਕਾਰੀ ਅਤੇ ਅਭਿਆਸ, ਸੁਲੇਖ ਅਨੁਲਿਖਤ ਆਦਿ ਦਾ ਅਭਿਆਸ ਕਰਨਾ, ਹੈ ਨਾ। ਵੀ ਬੱਚਾ ਜਿਹੜਾ ਸੁਲੇਖ ਲਿਖੇ, ਅਨੁਲੇਖ ਲਿਖੇ, ਇਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਜਦੋਂ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਗੱਲ ਕਰਾਂਗੇ। ਜਦੋਂ ਆਪਾਂ ਲਿਖਣ ਕੌਸ਼ਲ ਦੇ ਵਿਕਾਸ ਦੀ ਗੱਲ ਕਰਾਂਗੇ, ਆਹ ਚੀਜ਼ਾਂ ਉੱਥੇ ਆਉਣਗੀਆਂ। ਸੁਲੇਖ ਅਤੇ ਅਨੁਲੇਖ ਕਿਹਨੂੰ ਕਹਿੰਦੇ ਆ, ਉੱਥੇ ਚਰਚਾ ਕਰਾਂਗੇ ਆਪਾਂ ਇਹਦੇ ਬਾਰੇ, ਲੰਮੀ ਸਾਰੀ ਚਰਚਾ ਕਰਾਂਗੇ। ਸੁਲੇਖ ਅਨੁਲਿਖਤ ਆਦਿ ਦਾ ਅਭਿਆਸ ਕਰਾਉਣਾ ਬੱਚੇ ਨੂੰ, ਆਹ ਪ੍ਰਾਇਮਰੀ ਪੱਧਰ 'ਤੇ ਹੀ ਹੁੰਦਾ। ਵਿਚਾਰਾਂ ਵਿੱਚ ਸਪਸ਼ਟਤਾ, ਤਰਕ ਸੰਗਤਾ ਲਿਆਉਣੀ, ਪ੍ਰਗਟਾ ਸ਼ਕਤੀ ਨੂੰ ਵਿਕਸਿਤ ਕਰਨਾ, ਇਹ ਵੀ ਸਾਡਾ ਇੱਥੇ ਹੀ ਹੋ ਜਾਂਦਾ ਪ੍ਰਾਇਮਰੀ ਪੱਧਰ 'ਤੇ। ਬਾਲ ਗੀਤਾਂ, ਬਾਲ ਕਹਾਣੀਆਂ, ਦੇਖੋ ਕਵਿਤਾ ਤਾਂ ਬੱਚੇ ਨੂੰ ਪ੍ਰਾਇਮਰੀ ਪੱਧਰ 'ਤੇ ਬੱਚੇ ਨੂੰ ਕਵਿਤਾ ਤਾਂ ਸਿਖਾਉਣੀ ਹੈ, ਠੀਕ ਹੈ, ਸਹੀ ਗੱਲ ਹੈ, ਕਵਿਤਾ ਪੜ੍ਹਾਉਣੀ ਹੈ। ਪਰ ਕਵਿਤਾ ਦਾ ਰੂਪ ਕਿਹੜਾ ਹੋਊਗਾ? ਸਾਹਿਤਕ ਕਵਿਤਾ ਕਿ ਰਾਜਨੀਤੀ ਸੰਬੰਧੀ ਕਵਿਤਾ ਕਿ ਬਾਲ ਗੀਤਾਂ ਸੰਬੰਧੀ ਕਵਿਤਾ? ਆਪਾਂ ਉਹਨੂੰ ਕਰਾਂਗੇ ਜੀ ਬਾਲ ਗੀਤਾਂ ਸੰਬੰਧੀ। ਬਾਲ ਗੀਤਾਂ ਸੰਬੰਧੀ ਕਵਿਤਾ ਬੱਚੇ ਨੂੰ ਪੜ੍ਹਾਵਾਂਗੇ। ਬਾਲ ਗੀਤਾਂ, ਬਾਲ ਕਹਾਣੀਆਂ,
ਉਹਨੂੰ ਲੇਖ ਆਦਿ ਸੁਣਨ ਅਤੇ ਸੁਣਾਉਣ ਦੀ ਸਮਰੱਥਾ ਦਾ ਵਿਕਾਸ ਕਰਨ। ਸਧਾਰਨ ਕਿਸਮ ਦੇ ਲੇਖ ਉਹਨੂੰ ਬੱਚੇ ਨੂੰ ਆਪਾਂ ਹੈ ਨਾ ਪੜ੍ਹਨ ਦੀ ਆਦਤ ਦਾ ਵਿਕਾਸ ਕਰਨਾ, ਪੜ੍ਹਨ ਵਿੱਚ ਗਤੀ ਅਤੇ ਸ਼ੁੱਧਤਾ, ਪੜ੍ਹ ਕੇ ਲੇਖਕ ਦੇ ਭਾਵ ਗ੍ਰਹਿਣ ਕਰਨ ਦੀ ਯੋਗਤਾ ਦਾ ਵਿਕਾਸ। ਸਪੈਸ਼ਲੀ ਆਹ ਗੱਲ ਧਿਆਨ ਰੱਖਿਓ, ਬਾਲ ਗੀਤ, ਬਾਲ ਕਹਾਣੀਆਂ, ਲੇਖ, ਕਵਿਤਾ ਦੀ ਲੈਅ ਤਾਲ ਸੁਭਾਵਿਕ ਅਤੇ ਪ੍ਰਵਾਹਪੂਰਵਕ ਪਾਠ ਕਰਨ ਦੀ ਸਮਰੱਥਾ ਪੈਦਾ ਕਰਨੀ। ਆ ਲੈਅ ਤਾਲ ਬੱਚੇ ਨੂੰ ਹੈ ਨਾ, ਕਿਉਂਕਿ ਬਾਲ ਗੀਤ ਦੇ ਵਿੱਚ ਜਦੋਂ ਆਪਾਂ ਜਦੋਂ ਵਿਧੀ ਨਾਲ ਬੱਚੇ ਨੂੰ ਬਾਲ ਗੀਤ ਪੜ੍ਹਾਉਂਦੇ ਆ ਤੇ ਉਦੋਂ ਲੈਅ ਤਾਲ ਸੁਰ ਦੇ ਨਾਲ ਆਪਾਂ ਉਹਨੂੰ ਪੜ੍ਹਾਉਂਦੇ ਆ, ਲੈਅ ਤਾਲ ਦਾ ਵਿਕਾਸ ਹੁੰਦਾ ਬੱਚੇ ਦਾ। ਪ੍ਰਸੰਗ ਅਨੁਸਾਰ ਅਰਥ ਗਿਆਤ ਕਰਨ ਦੀ ਸਮਰੱਥਾ ਕਰਨੀ। ਠੀਕ ਹੈ ਜੀ। ਬੱਚੇ ਨੂੰ ਸਰਲ ਅਤੇ ਛੋਟੇ ਵਾਕਾਂ ਵਿੱਚ ਬੋਲਣ ਅਤੇ ਲਿਖਣ ਦੇ ਯੋਗ ਬਣਾਉਣਾ। ਬੱਚੇ ਵਾਸਤੇ ਸਰਲ ਅਤੇ ਜਿਹੜੇ ਛੋਟੇ ਵਾਕ ਉਹ ਬੱਚੇ ਨੂੰ ਬਣਾਉਣੇ ਸਿਖਾਉਣੇ ਆ ਸਭ ਤੋਂ ਪਹਿਲਾਂ ਪ੍ਰਾਇਮਰੀ ਪੱਧਰ 'ਤੇ। ਜਿਹੜੇ ਉਸ ਤੋਂ ਬਾਅਦ ਸੰਯੁਕਤ ਅਤੇ ਜਿਹੜੇ ਬਾਅਦ ਵਾਲੇ ਵਾਕ ਹੁੰਦੇ ਆ ਉਹ ਆਪਾਂ ਬਾਅਦ ਦੇ ਵਿੱਚ ਕਰਨੇ ਆ, ਉਹ ਬਾਅਦ ਦੀਆਂ ਸ਼੍ਰੇਣੀਆਂ ਵਿੱਚ ਆ। ਪੰਜਾਬੀ ਜਮਾਤ ਵਿੱਚ ਬੱਚਿਆਂ ਨੂੰ ਛੋਟੀਆਂ ਛੋਟੀਆਂ ਕਹਾਣੀਆਂ, ਲੇਖ, ਪੱਤਰ ਲਿਖਣ ਸੁਣਾਉਣ ਦੇ ਯੋਗ ਬਣਾਉਣਾ। ਠੀਕ ਹੈ ਜੀ। ਪ੍ਰਾਇਮਰੀ ਪੱਧਰ 'ਤੇ ਇਹਨਾਂ ਉਦੇਸ਼ਾਂ ਦੇ ਫਲਸਵਰੂਪ ਬੱਚੇ 'ਚ ਪ੍ਰਾਇਮਰੀ ਦੇ ਅੰਤ ਤੱਕ ਹੇਠ ਲਿਖੇ ਵਿਵਹਾਰ ਪਰਿਵਰਤਨ ਹੋਣੇ ਚਾਹੀਦੇ ਹਨ। ਕਿਉਂਕਿ ਦੇਖੋ ਜੀ ਉਦੇਸ਼ ਤਾਂ ਹੀ ਕਾਮਯਾਬ ਹੁੰਦੇ ਆ ਜੇ ਵਿਵਹਾਰ ਦੇ ਵਿੱਚ ਪਰਿਵਰਤਨ ਹੁੰਦੇ ਆ। ਕਿਉਂਕਿ ਸਿੱਖਿਆ ਜਿਹੜੀ ਹੈਗੀ ਉਹਦਾ ਉਦੇਸ਼ ਹੀ ਇਹ ਆ, ਵਿਵਹਾਰ ਦੇ ਵਿੱਚ ਪਰਿਵਰਤਨ ਲਿਆਉਣਾ। ਵਿਵਹਾਰ ਦੇ ਵਿੱਚ ਅਗਰ ਪਰਿਵਰਤਨ ਨਹੀਂ ਹੈ ਤਾਂ ਉਹ ਸਮਝੋ ਵੀ ਸਿੱਖਿਆ ਦੇ ਵਿੱਚ ਕੋਈ ਤਰੱਕੀ ਨਹੀਂ ਹੋਈ ਹੈ, ਕੋਈ ਡਿਵੈਲਪ ਨਹੀਂ ਹੋਈ ਹੈ। ਇਸ ਕਰਕੇ ਵਿਵਹਾਰ ਪਰਿਵਰਤਨ ਹੀ ਤਾਂ ਦੱਸਦਾ ਹੈ। ਮੁਲਾਂਕਣ ਕਿਹਦਾ ਹੁੰਦਾ? ਵਿਵਹਾਰ ਪਰਿਵਰਤਨ ਦਾ ਹੀ ਤਾਂ ਹੁੰਦਾ ਹੈ ਨਾ। ਵੀ ਬੱਚਾ ਕਿੱਥੋਂ ਜਾ ਕੇ ਕਿੱਥੇ ਚੜ੍ਹ ਗਿਆ, ਕਿਹੜੀ ਉਹਨੇ ਮੰਨ ਲਓ ਵੀ ਸੋਚਣ ਵਾਲੀ ਗੱਲ ਹੈ ਕਿ ਬੱਚੇ ਦਾ ਲੈਵਲ ਬਹੁਤ ਹੀ ਛੋਟਾ ਸੀ ਹੈ ਨਾ, ਬੱਚੇ ਦਾ ਲੈਵਲ ਇੱਥੇ ਸੀ, ਬੱਚਾ ਹੌਲੀ ਹੌਲੀ ਚੜ੍ਹਾਈ ਕਰਦਾ ਗਿਆ। ਇਹਨੇ ਵਿਵਹਾਰ ਦਾ ਹੀ ਤਾਂ ਪਰਿਵਰਤਨ ਇਸੇ ਗੱਲ ਦਾ ਹੀ ਤਾਂ ਉਹਨੇ ਕਰਨਾ ਹੈ, ਇਸੇ ਦਾ ਹੀ ਤਾਂ ਆਪਾਂ ਮੁਲਾਂਕਣ ਕਰਦੇ ਹਾਂ। ਹੋਰ ਕਿਹੜੀ ਚੀਜ਼ ਦਾ ਮੁਲਾਂਕਣ ਕਰਦੇ? ਅੱਛਾ ਹੁਣ ਕਰਦੇ ਅੱਗੇ ਗੱਲ, ਹਾਂ ਹੁਣ ਵਿਵਹਾਰ ਪਰਿਵਰਤਨ ਕਿਹੜੇ ਕਿਹੜੇ ਹੋਣੇ ਚਾਹੀਦੇ ਆ ਬੱਚੇ ਦੇ ਵਿੱਚ, ਵੀ ਆਪਾਂ ਨੂੰ ਪਤਾ ਲੱਗੇ ਬਈ ਬੱਚਾ ਵਾਕਈ ਪ੍ਰਾਇਮਰੀ ਪੱਧਰ 'ਤੇ ਪੰਜਾਬੀ ਭਾਸ਼ਾ ਸਿੱਖ ਰਿਹਾ ਹੈ। ਕਿਵੇਂ ਪਤਾ ਲੱਗੂ ਬੇਟਾ? ਆ ਜਾਓ ਫਿਰ। ਦੇਖੋ ਸਭ ਤੋਂ ਪਹਿਲਾਂ ਭਾਸ਼ਾ, ਧੁਨੀ ਅਤੇ ਧੁਨੀ ਸਮੂਹਾਂ ਦਾ ਠੀਕ ਉਚਾਰਨ ਕਰ ਰਿਹਾ ਬੱਚਾ। ਜੇਕਰ ਬੱਚਾ ਭਾਸ਼ਾ ਦੀਆਂ ਧੁਨੀਆਂ ਦਾ ਸਹੀ ਉਚਾਰਨ ਕਰ ਰਿਹਾ, ਊੜਾ, ਐੜਾ, ਈੜੀ, ਸੱਸਾ, ਹਾ, ਕੱਕਾ, ਖੱਖਾ, ਗੱਗਾ, ਘੱਗਾ, ngੰਗਾ, ਇਹਨਾਂ ਦੇ ਸਹੀ ਉਚਾਰਨ ਕਰ ਰਿਹਾ, ਠੀਕ ਹੈ। ਵਾਕਾਂ ਦਾ ਅਭਿਆਸ ਛੋਟੇ ਛੋਟੇ ਪਹਿਰਿਆਂ ਦੇ ਰੂਪ ਵਿੱਚ ਸੰਗਠਿਤ ਕਰ ਰਿਹਾ, ਛੋਟੇ ਛੋਟੇ ਵਾਕਾਂ ਨੂੰ ਵਧੀਆ ਉਹ ਮਤਲਬ ਲਿਖ ਰਿਹਾ, ਤਾਂ ਸਮਝੋ ਉਹਦੀ ਭਾਸ਼ਾ ਦਾ ਵਿਕਾਸ ਹੋ ਰਿਹਾ। ਉਹਦੇ ਵਿੱਚ ਵਿਵਹਾਰਿਕ ਪਰਿਵਰਤਨ ਕਿਹੜੇ ਕਿਹੜੇ ਆ ਰਹੇ ਆ? ਪ੍ਰਭਾਵਸ਼ਾਲੀ ਉਚਾਰਨ, ਸ਼ਾਂਤੀ ਨਾਲ ਮੌਨ ਵਾਚਨ ਵੀ ਕਰ ਰਿਹਾ ਵਿੱਚ ਬਿਲਕੁਲ। ਸ਼ਬਦ ਜੋੜਾਂ ਦੀ ਸ਼ੁੱਧਤਾ ਅਤੇ ਅਰਥਾਂ ਬਾਰੇ ਜਾਣਕਾਰੀ, ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ, ਸੁਲੇਖ ਸਿੱਖਿਆ ਅਤੇ ਪ੍ਰਸੰਗ ਅਨੁਸਾਰ ਅਰਥ ਕਰਨ ਦੀ ਸਮਰੱਥਾ ਆ ਗਈ ਬੱਚੇ ਦੇ ਵਿੱਚ। ਪ੍ਰਾਇਮਰੀ ਪੱਧਰ 'ਤੇ ਕਹਾਣੀ ਸੁਣਾਉਣਾ, ਚਿੱਤਰ ਦਾ ਵਰਣਨ ਕਰ ਸਕਦਾ। ਮੰਨ ਲਓ ਬੱਚੇ ਨੂੰ ਕੋਈ ਚਿੱਤਰ ਦੇਤਾ ਹੈ ਨਾ, ਕਿ ਉਹ ਵਰਣਨ ਕਰ ਦੂਗਾ। ਮੌਖਿਕ ਆਉਂਦਾ ਨਾ, ਇਹ ਸਾਡੇ ਇਹਦੇ ਵਿੱਚ ਬੋਲਣ ਕੌਸ਼ਲ ਦੇ ਨਾਲ ਸੰਬੰਧਿਤ ਵਿਧੀ ਆਉਂਦੀ ਆ ਚਿੱਤਰ ਵਰਣਨ। ਛੋਟੇ ਛੋਟੇ ਸੰਵਾਦਾਂ ਵਿੱਚ ਭਾਗ ਲੈਣ ਦੀ ਯੋਗਤਾ, ਛੋਟੀਆਂ ਕਹਾਣੀਆਂ, ਪ੍ਰਾਰਥਨਾ ਪੱਤਰ, ਘਰੇਲੂ ਪੱਤਰ ਲਿਖਣ ਦੀ ਯੋਗਤਾ ਆ ਗਈ ਬੱਚੇ ਦੇ ਵਿੱਚ। ਜੇ ਇਹ ਚੀਜ਼ਾਂ ਆ ਗਈਆਂ, ਜੇ ਇਹ ਚੀਜ਼ਾਂ ਵਿਵਹਾਰ ਪਰਿਵਰਤਨ ਹੋ ਗਿਆ ਬੱਚੇ ਦਾ, ਤੇ ਬੱਚੇ ਦੀ ਭਾਸ਼ਾ ਦਾ ਵਿਕਾਸ ਹੋ ਰਿਹਾ ਹੈ। ਬਸ ਉਸੇ ਵਿਕਾਸ ਨੂੰ ਹੀ ਤਾਂ ਆਪਾਂ ਮੁਲਾਂਕਣ ਦੇ ਰੂਪ ਵਿੱਚ ਮਾਪਦੇ ਹਾਂ। ਮਿਡਲ ਪੱਧਰ 'ਤੇ ਕਿਹੜੇ ਕਿਹੜੇ ਉਦੇਸ਼ ਆ? ਮਿਡਲ ਪੱਧਰ 'ਤੇ ਪ੍ਰਾਇਮਰੀ ਤੋਂ ਬਾਅਦ ਆ ਗਿਆ ਮਿਡਲ ਪੱਧਰ। ਵਿਆਕਰਣ ਨਿਯਮਾਂ ਨਾਲ ਜਾਣ ਪਛਾਣ ਬੱਚੇ ਨੂੰ ਮਿਡਲ ਪੱਧਰ 'ਤੇ ਕਰਾਉਣੀ ਹੈ, ਪ੍ਰਾਇਮਰੀ ਪੱਧਰ 'ਤੇ ਤੁਸੀਂ ਨਹੀਂ ਕਰਵਾਉਣੀ। ਪ੍ਰਾਇਮਰੀ ਪੱਧਰ 'ਤੇ ਦੇਖ ਲਓ ਕਦੇ ਵੀ ਬੱਚੇ ਨੂੰ ਵਿਆਕਰਣ ਨਹੀਂ ਪੜ੍ਹਾਇਆ ਜਾਂਦਾ। ਬੱਚੇ ਨੂੰ ਵਿਆਕਰਣ ਕਦੋਂ ਪੜ੍ਹਾਇਆ ਜਾਂਦਾ? ਮਿਡਲ ਪੱਧਰ 'ਤੇ, ਮਤਲਬ 8ਵੀਂ 9ਵੀਂ ਜਾਂ 10ਵੀਂ 8ਵੀਂ ਸਪੈਸ਼ਲੀ ਕਲਾਸ 8ਵੀਂ 9ਵੀਂ ਤੋਂ। ਸ਼ਬਦ ਭੰਡਾਰ, ਅਖਾਣ, ਮੁਹਾਵਰੇ ਆਦਿ ਵਿੱਚ ਵਾਧਾ ਕਰਨਾ, ਠੀਕ ਹੈ। ਸ਼ਬਦ ਭੰਡਾਰ ਦਾ ਵਾਧਾ ਇੱਥੇ ਵੀ ਹੋਵੇਗਾ, ਪਰ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੋਣਾ ਸ਼ੁਰੂ ਕਦੋਂ ਹੋ ਜਾਊਗਾ? ਪ੍ਰਾਇਮਰੀ ਪੱਧਰ 'ਤੇ। ਉਹਦੇ ਬਾਅਦ ਵੀ ਚੱਲਦਾ ਰਹੂਗਾ। ਅਖਾਣ, ਮੁਹਾਵਰੇ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਨਹੀਂ ਦੱਸਣੇ। ਸੋਝ ਸੁਆਦ ਬਿਰਤੀ ਦਾ ਵਿਕਾਸ, ਅੰਦਰੂਨੀ ਸੁੰਦਰਤਾ, ਮਨ ਦੀ ਸੁੰਦਰਤਾ ਹੈ ਨਾ, ਕਵਿਤਾ ਦੇ ਭਾਵਾਂ ਨੂੰ ਪ੍ਰਗਟ ਕਰਨਾ, ਕਵਿਤਾ ਦੇ ਭਾਵਾਂ ਨੂੰ ਗ੍ਰਹਿਣ ਕਰਨ ਦੀ ਸੁੰਦਰਤਾ, ਜਿਹੜੀ ਸੋਝ ਸੁਆਦ ਬਿਰਤੀ, ਉਹ ਵਿਕਾਸ ਮਿਡਲ ਪੱਧਰ 'ਤੇ ਹੋਊਗਾ। ਸੰਵਾਦ ਅਤੇ ਅਭਿਨੈ ਦੀ ਯੋਗਤਾ ਦਾ ਵਿਕਾਸ, ਦੇਖੋ ਉਹਦੇ ਵਿੱਚ ਕੀ ਹੈ ਵੀ ਛੋਟੇ ਛੋਟੇ ਸੰਵਾਦਾਂ ਦੇ ਵਿੱਚ ਤਾਂ ਬੱਚਾ ਭਾਗ ਲੈ ਸਕਦਾ, ਪਰ ਜਿਹੜਾ ਕੋਈ ਵੱਡਾ ਸੰਵਾਦ ਹੈ, ਮੰਨ ਲਓ ਕੋਈ ਪ੍ਰਤੀਯੋਗਿਤਾ ਰੱਖਦੀ, ਉਹਦੇ ਵਿੱਚ ਮਿਡਲ ਪੱਧਰ 'ਤੇ ਬੱਚਾ, ਮਿਡਲ ਪੱਧਰ ਦਾ ਬੱਚਾ ਹੀ ਸੰਵਾਦ ਵਿਕਸਿਤ ਹੋਊਗਾ। ਅਭਿਨੈ, ਐਕਟਿੰਗ ਕਰਨ ਦੀ ਯੋਗਤਾ, ਨਾਟਕ ਖੇਡਣ ਦੀ ਯੋਗਤਾ ਮਿਡਲ ਕਲਾਸ ਦੀ ਸ਼੍ਰੇਣੀ 'ਚ ਆਉਂਦੀ ਹੈ। ਇਹਨੂੰ ਅਭਿਨੈ ਕਰਨ ਦੀ ਯੋਗਤਾ, ਤੇਜ਼ ਵਾਚਨ, ਸਵੈ ਅਧਿਐਨ ਦੀ ਰੁਚੀ, ਤੇਜ਼ ਵਾਚਨ ਬੱਚੇ 'ਚ ਇੱਥੇ ਪੂਰਾ ਵਿਕਸਿਤ ਹੋ ਜਾਂਦਾ ਹੈ। ਲਿਖਤ ਵਿੱਚ ਡੂੰਘੇ ਵਿਚਾਰਾਂ ਨੂੰ ਸਮਝਣਾ, ਅਭਿਨੈ, ਗਾਇਨ, ਭਾਸ਼ਣ, ਵਾਦ ਵਿਵਾਦ
ਆਦਿ ਕਲਾਤਮਕ ਰੁਚੀਆਂ ਦਾ ਵਿਕਾਸ ਹੋ ਗਿਆ। ਪਾਠ ਪੁਸਤਕ ਤੋਂ ਇਲਾਵਾ ਦੂਸਰੀਆਂ ਪੁਸਤਕਾਂ ਦਾ ਮੌਨ ਪਾਠ ਰਾਹੀਂ ਅਧਿਐਨ ਕਰਨ ਸਕਣ ਦੀ ਯੋਗਤਾ ਦਾ ਵਿਕਾਸ ਹੋਣਾ। ਇਹ ਸਾਰੇ ਮਿਡਲ ਪੱਧਰ 'ਤੇ ਉਦੇਸ਼ ਹੈ ਪੰਜਾਬੀ ਭਾਸ਼ਾ ਸਿੱਖਿਆ ਦੇ। ਛੋਟੀਆਂ ਛੋਟੀਆਂ ਮੌਲਿਕ ਕਹਾਣੀਆਂ ਰਚਣ ਦੀ ਯੋਗਤਾ, ਮੌਲਿਕ ਕਹਾਣੀਆਂ ਰਚੇ ਬੱਚਾ ਆਪਦੇ ਵੱਲੋਂ। ਉਚਿਤ ਗਤੀ ਨਾਲ ਨਿਬੰਧ, ਸਾਰ ਪੱਤਰ ਆਦਿ ਲਿਖਣ ਦੀ ਕਲਾ ਵਿੱਚ ਨਿਪੁੰਨਤਾ ਹੋਣੀ। ਇਹ ਸਾਰੇ ਮਿਡਲ ਪੱਧਰ 'ਤੇ ਆ। ਹੁਣ ਦੇਖਦੇ ਆ ਜੀ ਉੱਚ ਪੱਧਰ 'ਤੇ ਪੰਜਾਬੀ ਸਿੱਖਿਆ ਦੇ ਉਦੇਸ਼। ਪ੍ਰਾਰੰਭਿਕ ਪੱਧਰ 'ਤੇ ਵਿਵਹਾਰ ਪਰਿਵਰਤਨਾਂ ਦੇ ਪਤਾ ਕਿਉਂ ਦੱਸਿਆ? ਕਿਉਂਕਿ ਉਹ ਜ਼ਿਆਦਾ ਇੰਪੋਰਟੈਂਟ ਹੈ ਪ੍ਰਾਇਮਰੀ ਪੱਧਰ। ਕਿਉਂਕਿ ਜਿਹੜੇ ਸਾਡੇ ਰੀਟ ਆਰਟ ਐਡ ਦੇ ਅੱਗੇ ਜਾ ਕੇ ਜਦੋਂ ਅਧਿਆਪਕ ਬਣਨਗੇ ਤਾਂ ਉਹ ਪਹਿਲੀ ਤੋਂ ਪੰਜਵੀਂ ਤੇ ਪਹਿਲੀ ਤੋਂ 8ਵੀਂ ਵਾਲਿਆਂ ਤੱਕ ਹੈ ਨਾ। ਇਸ ਕਰਕੇ ਇਹ ਆਰੰਭਿਕ ਪੱਧਰ ਦਾ ਹੀ ਮੈਂ ਦੱਸਿਆ ਤੁਹਾਨੂੰ। ਕੰਮ ਦੀ ਗੱਲ ਹੀ ਦੱਸੂਗਾ ਤੁਹਾਨੂੰ, ਐਵੇਂ ਕੋਈ ਫਾਲਤੂ ਨਹੀਂ ਦੱਸਣੀ, ਕੋਈ ਲੋੜ ਨਹੀਂ ਆਪਾਂ ਨੂੰ ਗਿਆਨ ਇਕੱਠਾ ਕਰਨਾ। ਸਾਰੀ ਜ਼ਿੰਦਗੀ ਪਈ ਆ, ਬਾਅਦ 'ਚ ਕਰ ਲਾਂਗੇ ਆਪਾਂ। ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਾਂ ਕੰਮ ਦੀ ਗੱਲ ਆ, ਆਪਣਾ ਜਿਹੜਾ ਮੇਨ ਨਿਸ਼ਾਨਾ ਏਮ ਉਹ ਕੀ ਆ? ਆਪਾਂ ਸਰਕਾਰੀ ਨੌਕਰੀ ਪ੍ਰਾਪਤ ਕਰਨੀ। ਕਿਉਂਕਿ ਬਹੁਤ ਸਾਰੇ ਆਪਣੇ ਮਾਂ ਪਿਓ ਹੋਏ ਹੈ ਨਾ ਵੀ ਫਿਰ ਕੀ ਹੈ ਅੱਗੇ ਵੀ ਸਾਡੇ ਜਿਵੇਂ ਸਕੇ ਸੰਬੰਧੀ ਹੈ ਨਾ, ਸਕੇ ਸੰਬੰਧੀ ਤਾਂ ਖੈਰ ਇੰਨਾ ਨਹੀਂ ਕਰਦੇ, ਉਹ ਤਾਂ ਐਂ ਹੀ ਚਾਹੁੰਦੇ ਹੁੰਦੇ ਵੀ ਇਹ ਨੌਕਰੀ ਲੱਗੇ ਹੀ ਨਾ। ਉਹ ਤਾਂ ਐਂ ਹੀ ਚਾਹੁੰਦੇ ਆ, ਅਸਲ ਚਾਹੁੰਦੇ ਆ ਮਾਂ ਪਿਓ। ਮਾਂ ਪਿਓ ਚਾਹੁੰਦੇ ਵੀ ਸਾਡਾ ਧੀ ਪੁੱਤ ਕਿਤੇ ਲੱਗ ਜੇ ਨੌਕਰੀ 'ਤੇ ਹੈ ਨਾ, ਬੜੀ ਐਕਸਪੈਕਟੇਸ਼ਨ ਹੁੰਦੀ ਆ। ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ, ਸਾਰੇ ਦੁੱਖ ਦਰਦਾਂ ਨੂੰ ਭੁੱਲ ਕੇ ਇੱਕ ਵਾਰੀ ਤਿਆਰੀ ਦੇ ਵਿੱਚ ਜੁਟ ਜਾਓ। ਬਸ ਆਪਣੇ ਆਪ ਨੂੰ ਹੌਸਲਾ ਰੱਖਿਆ ਕਰੋ, ਹੌਸਲਾ ਪਸਤ ਨਾ ਹੋਣ ਦਿਆ ਕਰੋ। ਹੌਸਲਾ ਪੂਰਾ ਐਨ ਵਧੀਆ ਆਪਣੇ ਮਨ ਦੇ ਵਿੱਚ ਰੱਖਿਆ ਕਰੋ। ਕਦੀ ਮੰਨ ਲਓ ਹੋ ਜਾਂਦੀ ਹੈ ਘਰ ਦੇ ਵਿੱਚ ਕੋਈ ਐਵੇਂ ਦੀ ਗੱਲ, ਜਾਂ ਕਈ ਵਾਰੀ ਆਪ ਦਾ ਵੀ ਪੜ੍ਹਨ ਨੂੰ ਜੀਅ ਨਹੀਂ ਕਰਦਾ, ਉਦੋਂ ਕੋਸ਼ਿਸ਼ ਕਰਿਆ ਕਰੋ ਵੀ ਵਾਤਾਵਰਣ ਦੇ ਵਿੱਚ ਥੋੜ੍ਹੀ ਤਬਦੀਲੀ ਆ ਜਾਏ ਤਾਂ ਬਸ। ਪਰ ਜ਼ਰੂਰ ਐਵੇਂ, ਕਿਉਂਕਿ ਹਰ ਵਿਦਿਆਰਥੀ ਨਾਲ ਹੁੰਦਾ, ਮੇਰੇ ਨਾਲ ਵੀ ਹੁੰਦਾ ਰਿਹਾ, ਸੰਤਵੀਰ ਜੀ ਨਾਲ ਵੀ ਹੁੰਦਾ ਰਿਹਾ ਵੀ ਕਦੇ ਕਦੇ ਐਵੇਂ ਦਾ ਦਿਨ ਆਉਣਾ ਜਿੱਦਣ ਪੜ੍ਹਾਈ 'ਚ ਦਿਲ ਨਹੀਂ ਲੱਗਦਾ, ਜਿੱਦਣ ਸਥਿਤੀ ਡਾਵਾਂਡੋਲ ਹੈ, ਜਿੱਦਣ ਮਨ ਪਤਾ ਨਹੀਂ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਈ ਜਾਂਦੇ ਆ, ਬੁਰੇ ਜੇ ਭੈੜੇ ਜੇ ਵਿਚਾਰ ਆਈ ਜਾਂਦੇ ਆ। ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਆਉਂਦੀਆਂ ਰਹਿੰਦੀਆਂ। ਇਹਨਾਂ ਪ੍ਰਸਥਿਤੀਆਂ ਤੋਂ ਲੜਨਾ ਹੀ ਤਾਂ ਜ਼ਿੰਦਗੀ ਹੈ ਨਾ। ਜ਼ਿੰਦਗੀ ਸਧਾਰਨ ਨਹੀਂ ਹੈ, ਜ਼ਿੰਦਗੀ ਕੰਪਲੀਕੇਟਡ ਹੈ ਪੂਰੀ। ਆਪਣੀ ਜ਼ਿੰਦਗੀ ਸਧਾਰਨ ਨਹੀਂ ਗੀ ਇਹ। ਇਹਨੂੰ ਆਪਣੇ ਹਿਸਾਬ ਨਾਲ ਜੇ ਆਪਾਂ ਜੀਣਾ ਤਾਂ ਉਹਦੇ ਵਿੱਚੋਂ ਆਪਾਂ ਮਤਲਬ ਸਮਝੋ ਵੀ ਉਹ ਲੰਘਣਾ ਪੈਣਾ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਦੀ। ਹਾਂ, ਰਸ ਛੰਦ ਅਤੇ ਅਲੰਕਾਰ ਦਾ ਗਿਆਨ ਬੱਚੇ ਨੂੰ ਉੱਚ ਪੱਧਰ 'ਤੇ ਦੇਣਾ। ਰਸ ਛੰਦ ਅਤੇ ਅਲੰਕਾਰ, ਮੁਹਾਵਰੇ ਅਖਾਣਾਂ ਦਾ ਠੀਕ ਹੈ ਮਿਡਲ ਪੱਧਰ 'ਤੇ ਦੇ ਸਕਦੇ ਹਾਂ। ਰਸ ਛੰਦ ਅਤੇ ਅਲੰਕਾਰਾਂ ਦਾ ਸੰਬੰਧ ਉੱਚ ਪੱਧਰ ਦੇ ਨਾਲ ਹੈ। ਚਿੰਤਨ ਕਰਨ ਦੀ ਯੋਗਤਾ ਦਾ ਵਿਕਾਸ ਉੱਚ ਪੱਧਰ ਦੇ ਨਾਲ ਹੈ। ਅੱਗੇ ਦੇਖੋ ਸੋਝਾਤਮਕ ਅਤੇ ਸਿਰਜਣਾਤਮਕ ਸ਼ਕਤੀਆਂ ਦਾ ਵਿਕਾਸ। ਅੱਗੇ ਆ ਗਿਆ ਜੀ ਮੌਖਿਕ ਅਤੇ ਲਿਖਤ ਪ੍ਰਕਾਰਾਂ ਅਤੇ ਸ਼ੈਲੀਆਂ ਦਾ ਗਿਆਨ ਕਿ ਮੌਖਿਕ ਕਿੰਨੇ ਪ੍ਰਕਾਰ ਨਾਲ ਲਿਖਦੇ ਹਾਂ ਆਪਾਂ, ਲਿਖਤ ਪਰ ਕਿੰਨੇ ਪ੍ਰਕਾਰ ਨਾਲ ਲਿਖਦੇ ਹਾਂ ਹੈ ਨਾ। ਇਹ ਸਾਰੀਆਂ ਸ਼ੈਲੀਆਂ, ਮਤਲਬ ਸ਼ੈਲੀ ਹੁੰਦਾ ਢੰਗ ਜਾਂ ਤਰੀਕਾ। ਇਹ ਸਾਰੀਆਂ ਗੱਲਾਂ ਆਪਾਂ ਉੱਚ ਪੱਧਰ 'ਤੇ ਹੁੰਦਾ ਇਹਨਾਂ ਚੀਜ਼ਾਂ ਦਾ ਵਿਕਾਸ। ਮਾਤ ਭਾਸ਼ਾ ਦਾ ਵਿਸ਼ਲੇਸ਼ਣ, ਮਾਤ ਭਾਸ਼ਾ ਨੂੰ ਪ੍ਰਭਾਵਸ਼ਾਲੀ ਅਤੇ ਸ਼ੁੱਧ ਪ੍ਰਯੋਗ ਦੇ ਸਮਰੱਥ ਬਣਾਉਣਾ। ਵਿਸ਼ਲੇਸ਼ਣ ਸ਼ਬਦ ਜਦੋਂ ਵੀ ਆਊਗਾ, ਵਿਸ਼ਲੇਸ਼ਣ ਕਰਨ ਵਾਲਾ ਤਾਂ ਉਹ ਉੱਚ ਪੱਧਰ ਦੀਆਂ ਸ਼੍ਰੇਣੀਆਂ ਨਾਲ ਸੰਬੰਧ ਹੁੰਦਾ ਉਹਦਾ। ਮੌਖਿਕ ਅਤੇ ਲਿਖਤ ਪ੍ਰਗਟਾ ਦੇ ਵੱਖ-ਵੱਖ ਕੌਸ਼ਲਾਂ ਦਾ ਵਿਕਾਸ ਕਰਨਾ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦੇਣੀ। ਜਦੋਂ ਪੰਜਾਬੀ ਭਾਸ਼ਾ ਦੇ ਸਾਹਿਤ ਅਤੇ ਇਤਿਹਾਸ ਦੇ ਬਾਰੇ ਜਾਣਕਾਰੀ ਆਊਗੀ ਤਾਂ ਉਦੋਂ ਐਵੇਂ ਨਹੀਂ ਵੀ ਪ੍ਰਾਇਮਰੀ ਸ਼੍ਰੇਣੀ ਵਾਲੇ ਜਾਂ ਮਿਡਲ ਸ਼੍ਰੇਣੀ ਵਾਲੇ ਬੱਚਿਆਂ ਨੂੰ ਆਪਾਂ ਇਹਦਾ ਵਿਕਾਸ ਕਰਵਾ ਦੇਵਾਂਗੇ, ਨਹੀਂ। ਇਸ ਵਿਕਾਸ ਦਾ ਸੰਬੰਧ ਹੋਊਗਾ ਉੱਚ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ, ਉੱਚ ਪੱਧਰ, ਉੱਚਤਮ ਸੈਕੰਡਰੀ। ਇਸ ਉੱਪਰ ਪੰਜਾਬੀ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਹੁਣ ਦੇਖੋ ਜੀ ਅੱਜ ਦੀ ਆਪਣੀ ਕਲਾਸ ਸੀ ਜਿਹੜੀ, ਉਹਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਗੱਲ ਕੀਤੀ ਸੀ। ਸਭ ਤੋਂ ਪਹਿਲਾਂ ਸਧਾਰਨ ਜਾਂ ਵਿਆਪਕ ਉਦੇਸ਼ਾਂ ਦੀ ਗੱਲ ਕੀਤੀ, ਫਿਰ ਆਪਾਂ ਮੂਲ ਉਦੇਸ਼ਾਂ ਦੀ ਗੱਲ ਕੀਤੀ। ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵੱਖ-ਵੱਖ ਪੱਧਰਾਂ, ਪ੍ਰਾਇਮਰੀ ਪੱਧਰ, ਮਿਡਲ ਪੱਧਰ ਅਤੇ ਉੱਚ ਪੱਧਰ ਸ਼੍ਰੇਣੀਆਂ ਅਤੇ ਉਦੇਸ਼ਾਂ ਦੀ ਗੱਲ ਕੀਤੀ। ਪ੍ਰਾਇਮਰੀ ਪੱਧਰ ਤੇ ਉਦੇਸ਼ਾਂ ਤੋਂ ਬਾਅਦ ਆਪਾਂ ਵਿਵਹਾਰ ਪਰਿਵਰਤਨ ਦੀ ਵੀ ਗੱਲ ਕੀਤੀ ਸੀ। ਅਗਲੀ ਜਮਾਤ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਅਗਲੀ ਜਮਾਤ ਆਪਣੀ ਆਊਗੀ। ਸਾਡੀ ਜਮਾਤ ਦਾ ਨਾਮ ਹੈਗਾ ਅਗਲੀ ਦਾ, ਹਾਂ, ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ। ਕਿਸੇ ਵੀ ਭਾਸ਼ਾ ਨੂੰ ਪੜ੍ਹਾਉਣ ਦੇ ਸਿਧਾਂਤ ਹੁੰਦੇ ਆ, ਪੰਜਾਬੀ ਭਾਸ਼ਾ ਅਧਿਆਪਨ ਦੇ ਵੀ ਸਿਧਾਂਤ ਹੈਗੇ ਆ। ਉਹਨਾਂ ਦੇ ਬਾਰੇ ਕਰਦੇ ਆ ਜੀ ਜਲਦੀ ਵਿਚਾਰ ਚਰਚਾ। ਮਿਲਦੇ ਆ ਛੇਤੀ। ਸਤਿ ਸ੍ਰੀ ਅਕਾਲ।